की शरणा जिन तू नाही विसरिया। जप तप संयम धर्म ना कमाया। सेवा साधना जानिया हर राया। कहो नानक हम नीच कर्मा शरण परे की राखो शर्मा। परम सन्मानयोग चवर छतर तख्त दे मालक हाजरा हजूर ਸਰਬ ਕਲਾ ਭਰਪੂਰ ਰਹਿਬਰਾਂ ਦੇ ਰਹਿਬਰ ਵਾਲੀਏ ਦੋ ਜਹਾਂ ਨਦਰੇ ਕਰਮ ਆਮਿਓ ਦ੍ਰਿਸ਼ਟ ਸਰਵਰੇ ਕਾਇਨਾਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਵਡਭਾਗੇ ਹੋ ਜੋ ਮੇਰੇ ਤੋਂ ਪਹਿਲਾਂ ਬੀਬੀ ਸੰਦੀਪ ਕੌਰ ਦੇ ਜਥੇ ਕੋਲੋਂ ਸਿੱਖ ਇਤਿਹਾਸ ਸਰਵਣ ਕਰ ਰਹੇ ਹੋ। ਜਦੋਂ ਧਰਮ ਦੇ ਇਤਿਹਾਸ ਵੱਲ ਝਾਤੀ ਮਾਰੀਏ, ਸਾਇੰਸ ਮੰਨਦੀ ਹੈ ਕਿ ਜਦੋਂ ਬ੍ਰਹਿਮੰਡ ਬਣਿਆ ਬੜੀ ਜ਼ੋਰ ਦੀ ਧਮਾਕਾ ਹੋਇਆ, ਧਮਾਕੇ ਵਿੱਚੋਂ ਧਰਤੀ ਬਣੀ, ਸਾਰੇ ਜੀਵ ਜੰਤੂ ਬਣੇ। ਗੁਰਬਾਣੀ ਮੰਨਦੀ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਕਹਿੰਦੇ ਰੱਬ ਨੇ ਇੱਕੋ ਹੀ ਬੋਲ ਬੋਲਿਆ ਤੇ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ। ਹੋਰ ਵੀ ਉਹਨਾਂ ਗੁਰਬਾਣੀ ਵਿੱਚ ਹਵਾਲਾ ਦਿੱਤਾ ਹੈ, ਖਾਕ ਨੂਰ ਕਰਦੰ ਆਲਮ ਦੁਨੀਆਏ। ਕਹਿੰਦੇ ਰੱਬ ਨੇ ਇਹ ਖਾਕ ਵਿੱਚ ਆਪਣਾ ਨੂਰ ਪਾ ਕੇ ਸਾਰਾ ਜਹਾਨ ਸਿਰਜ ਦਿੱਤਾ। ਚਲੋ ਜਿਵੇਂ ਵੀ ਸ੍ਰਿਸ਼ਟੀ ਹੋਂਦ ਵਿੱਚ ਆਈ, ਜੀਵ ਜੰਤੂ ਬਣੇ, ਮਨੁੱਖ ਬਣਿਆ। ਮਨੁੱਖ ਜਦੋਂ ਆਇਆ ਇਹਨੂੰ ਚੱਲਣਾ ਨਹੀਂ ਸੀ ਆਉਂਦਾ, ਇਹ ਲੱਤਾਂ ਤੇ ਬਾਹਾਂ ਦੇ ਭਾਰ ਬਾਂਦਰ ਵਾਂਗੂ ਤੁਰਦਾ ਸੀ, ਤਨ ਨੰਗਾ, ਕੱਪੜੇ ਪਹਿਨਣ ਦੀ ਅਜੇ ਕੋਈ ਇਹਨੂੰ ਜਾਚ ਨਹੀਂ, ਬੁੱਧੀ ਵੀ ਕੋਈ ਜ਼ਿਆਦਾ ਕੰਮ ਨਹੀਂ ਕਰਦੀ, ਅਜੇ ਇਹਨੂੰ ਇਹ ਵੀ ਨਹੀਂ ਪਤਾ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ। ਹੁਣ ਹੌਲੀ ਹੌਲੀ ਇਹਨੇ ਸੰਸਾਰ ਦੇ ਸਟਰਕਚਰ ਨੂੰ, ਢਾਂਚੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਹਨੇ ਵੇਖਿਆ ਬੜੀ ਜ਼ੋਰ ਦੀ ਬਾਰਿਸ਼ ਆਉਂਦੀ ਹੈ, ਹੜ੍ਹ ਆ ਜਾਂਦਾ ਹੈ। ਇਹਨੇ ਤਾਂ ਨੂੰ ਝਾਤੀ ਮਾਰ ਕੇ ਦੇਖਣਾ ਵੀ ਪਹਿਲਾਂ ਕਾਲੇ ਕਾਲੇ ਬੱਦਲ ਆਉਂਦੇ ਆ, ਫਿਰ ਇਹ ਬਾਰਿਸ਼ ਹੁੰਦੀ ਹੈ। ਇਹ ਜ਼ਰੂਰ ਇਹ ਪਾਣੀ ਉੱਪਰੋਂ ਜਿਹੜੀ ਤਾਕਤ ਸੁੱਟਦੀ ਹੈ, ਕਾਲੇ ਬੱਦਲ ਹੀ ਸੁੱਟਦੇ। ਉਹਨੇ ਸੋਚਿਆ ਵੀ ਜਦੋਂ ਇਹ ਤਾਕਤ ਖੁਸ਼ ਹੁੰਦੀ ਹੈ ਉਦੋਂ ਤੇ ਪਾਣੀ ਇਹ ਉਨਾ ਕੀ ਪਾਉਂਦੀ ਹੈ ਜਿੰਨਾ ਕੁ ਜ਼ਰੂਰਤ ਹੈ, ਤੇ ਜਦੋਂ ਇਹ ਤਾਕਤ ਕਰੋਪ ਹੋ ਜਾਂਦੀ ਹੈ ਫਿਰ ਹੜ੍ਹ ਆ ਜਾਂਦਾ ਹੈ। ਇਸ ਕਰਕੇ ਕਿਸੇ ਤਰੀਕੇ ਨਾਲ ਇਸ ਤਾਕਤ ਨੂੰ ਖੁਸ਼ ਕੀਤਾ ਜਾਏ। ਇਸ ਤਾਕਤ ਨੂੰ ਖੁਸ਼ ਕਰਨ ਵਾਸਤੇ ਉਹਨੇ ਬੱਦਲਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਮੈਂ ਗੱਲ ਕਰ ਰਿਹਾ ਆਦਿ ਮਾਨਵ ਦੀ, ਪੱਥਰ ਕਾਲ ਦਾ ਯੁੱਗ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਮਨੁੱਖ ਆਇਆ ਸੀ। ਧਰਮ ਦੀ ਉਤਪਤੀ ਤੇ ਵਿਕਾਸ, ਇਹਦੇ ਬਾਰੇ ਮੈਂ ਥੋੜੇ ਜਿਹੇ ਵਿਚਾਰ ਸਾਂਝੇ ਕਰਕੇ ਫਿਰ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਪਾਂ ਥੋੜੇ ਲਫ਼ਜ਼ਾਂ ਵਿੱਚ ਸਾਂਝਾ ਕਰਾਂਗੇ। ਹੁਣ ਇਹਨੇ ਸੋਚਿਆ ਵੀ ਇਹ ਸਾਰੀ ਕਰਾਮਾਤ, ਸਾਰੀ ਤਾਕਤ ਇਹਨਾਂ ਬੱਦਲਾਂ ਦੇ ਹੱਥ ਵਿੱਚ ਹੈ। ਇਹਨੇ ਬੱਦਲਾਂ ਦਾ ਨਾਮ ਹੀ ਇੰਦਰ ਰੱਖ ਦਿੱਤਾ ਕਿ ਇੰਦਰ ਜਿਹੜਾ ਹੈ ਬਾਰਿਸ਼ ਦਾ ਦੇਵਤਾ ਹੈ। ਇਸ ਕਰਕੇ ਇਹਨੂੰ ਪਾਣੀ ਨੂੰ ਖੁਸ਼ ਰੱਖਣ ਵਾਸਤੇ ਇੰਦਰ ਦੀ ਪੂਜਾ ਕੀਤੀ ਜਾਂਦੀ ਸੀ ਵੀ ਇਹ ਕਰੋਪ ਨਾ ਹੋਵੇ, ਕਿਉਂਕਿ ਡਰ ਕਰਕੇ ਇਹਦੇ ਮਨ ਦੇ ਵਿੱਚ ਇਹ ਖਿਆਲ ਆਏ ਵੀ ਕਿਸੇ ਚੀਜ਼ ਦੀ ਪੂਜਾ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜੰਗਲ ਵਿੱਚ ਬਾਂਸਾਂ ਨਾਲ ਰਗੜ ਕੇ ਅੱਗ ਲੱਗ ਜਾਣੀ, ਜੀਵ ਜੰਤੂ ਸੜ ਜਾਣੇ, ਪੰਛੀਆਂ ਦੇ ਆਲ੍ਹਣੇ ਸੜ ਜਾਣੇ। ਇਹਨੇ ਸੋਚਿਆ ਵੀ ਇਹ ਅੱਗ ਪਿੱਛੇ ਵੀ ਕੋਈ ਤਾਕਤ ਕੰਮ ਕਰਦੀ ਹੈ। ਜੇ ਇਹ ਤਾਕਤ ਕਰੋਪ ਹੋ ਜਾਂਦੀ, ਜੇ ਇਹ ਤਾਕਤ ਜਿਹੜੀ ਹੈ ਨਾ ਖੁਸ਼ ਹੋਵੇ ਤੇ ਮਨੁੱਖ ਦਾ ਨੁਕਸਾਨ ਹੁੰਦਾ ਹੈ। ਇਸ ਕਰਕੇ ਇਹਨੂੰ ਖੁਸ਼ ਕਰਨ ਵਾਸਤੇ ਉਹਨੇ ਅਗਨੀ ਦੀ ਪੂਜਾ ਸ਼ੁਰੂ ਕਰ ਦਿੱਤੀ, ਕਿਉਂਕਿ ਅਜੇ ਬੁੱਧੀ ਵਿਕਾਸ ਨਹੀਂ ਕੀਤੀ। ਇਸੇ ਤਰ੍ਹਾਂ ਹੀ ਇਹਨੇ ਦੇਖਿਆ, ਇਹਨੇ ਜੀਵ ਜੰਤੂ ਜਿਹੜੇ ਲੋੜ ਮੁਤਾਬਕ ਜਿਨ੍ਹਾਂ ਦੀ ਲੋੜ ਸੀ ਉਹਦੀ ਵੀ ਪੂਜਾ ਕੀਤੀ, ਜਿਨ੍ਹਾਂ ਤੋਂ ਡਰਦਾ ਸੀ ਉਹਦੀ ਵੀ ਪੂਜਾ ਕੀਤੀ। ਇਹਨੇ ਦੇਖਿਆ ਸੱਪ ਡੰਗ ਮਾਰਦਾ ਹੈ, ਬੰਦਾ ਪਾਣੀ ਵੀ ਨਹੀਂ ਮੰਗਦਾ,
ਇਸ ਕਰਕੇ ਹੋਵੇ ਨਾ, ਇਹਦੇ ਅੰਦਰ ਪਈ ਮੌਤ ਤੋਂ ਬਚਣ ਵਾਸਤੇ ਇਹਨੂੰ ਖੁਸ਼ ਰੱਖਣ। ਇਹਨੂੰ ਪਹਿਲਾਂ ਨਹੀਂ ਸੀ ਪਤਾ ਡਾਂਗ ਮਾਰ ਕੇ ਇਹਨੂੰ ਮਾਰ ਵੀ ਦਈਦਾ। ਇਹਨੇ ਸੋਚਿਆ ਇਹਨੂੰ ਖੁਸ਼ ਰੱਖਣਾ ਪਏਗਾ, ਇਸ ਕਰਕੇ ਉਹਨੇ ਸੱਪ ਦੀ ਪੂਜਾ ਸ਼ੁਰੂ ਕਰ ਦਿੱਤੀ। ਹੁਣ ਇਹਨੂੰ ਲੋੜ ਪਈ ਦੁੱਧ ਦੀ। ਇਹਨੇ ਵੇਖਿਆ ਬੱਕਰੀ ਬੜੀ ਕਮਾਲ ਦੀ ਚੀਜ਼ ਹੈ, ਜੜੀਆਂ ਬੂਟੀਆਂ ਖਾ ਕੇ ਦੁੱਧ ਬੜਾ ਵਧੀਆ ਦਿੰਦੀ ਹੈ, ਕਈ ਰੋਗ ਠੀਕ ਹੋ ਜਾਂਦੇ ਨੇ। ਬੱਕਰੀ ਦੀ ਪੂਜਾ ਸ਼ੁਰੂ ਕਰ ਦਿੱਤੀ। ਗਾਂ ਦੀ ਪੂਜਾ ਜਦੋਂ ਹੜੱਪਾ ਤੇ ਮਹਿਜੋਦੜੋ ਦੀ ਖੁਦਾਈ ਕੀਤੀ ਗਈ ਨਾ, ਵਿੱਚੋਂ ਜਿਹੜੇ ਛਿੱਕੇ ਮੋਹਰਾਂ ਮਿਲੀਆਂ, ਮੋਹਰਾਂ ਦੇ ਦੋਵਾਂ ਪਾਸਿਆਂ ਤੇ ਇੱਕ ਪਾਸੇ ਬਲਦ ਦੀ ਫੋਟੋ ਮਿਲਦੀ ਹੈ, ਇੱਕ ਪਾਸੇ ਬੱਕਰੀ ਦੀ ਫੋਟੋ ਮਿਲਦੀ ਹੈ। ਇਹਨੇ ਪਿੱਪਲ ਦੀ ਪੂਜਾ ਕੀਤੀ, ਕਿਉਂਕਿ ਇਹਨੂੰ ਪਤਾ ਹੈ ਜਿੰਨੀ ਕਿ ਇਹਦੀ ਸਾਇੰਸ ਕੰਮ ਕਰਦੀ ਸੀ, ਕਿਉਂਕਿ ਪਿੱਪਲ 24 ਘੰਟੇ ਆਕਸੀਜਨ ਦਿੰਦਾ ਹੈ। ਮੈਂ ਨਹੀਂ ਕਹਿੰਦਾ ਅੱਜ ਅਸੀਂ ਆਦਿ ਮਾਨਵ ਨਹੀਂ ਹੈ, ਮੈਂ ਨਹੀਂ ਇਹ ਗੱਲ ਨਾਲ ਸਹਿਮਤ ਹੈਗਾ ਵੀ ਅੱਜ ਅਸੀਂ ਵਿਕਾਸ ਕਰ ਗਏ। ਇਹ ਪੱਥਰ ਕਾਲ ਦੀ ਗੱਲ ਕਰ ਰਹੇ ਹਾਂ, ਉਹ ਸਮੇਂ ਦੀ ਗੱਲ ਜਦੋਂ ਇੱਕ ਰੱਬ ਦਾ ਕੋਈ ਖਿਆਲ ਨਹੀਂ ਸੀ ਉਹਨਾਂ ਮਨੁੱਖਾਂ ਨੂੰ। ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕੋ ਹੀ ਤਾਕਤ ਕੰਮ ਕਰਦੀ ਹੈ। ਉਹਨਾਂ ਨੇ ਇਸੇ ਤਰ੍ਹਾਂ ਜ਼ੋਰ ਦੀ ਹਵਾ ਆਉਣੀ, ਹਵਾ ਨੇ ਦਰਖਤ ਪੁੱਟ ਕੇ ਪਰਾਂ ਮਾਰਨੇ, ਮਨੁੱਖ ਉੱਡ ਜਾਣੇ। ਉਹਨਾਂ ਸੋਚਿਆ ਹਵਾ ਪਿੱਛੇ ਵੀ ਕੋਈ ਤਾਕਤ ਕੰਮ ਕਰਦੀ, ਉਸ ਤਾਕਤ ਨੂੰ ਖੁਸ਼ ਰੱਖਣ ਵਾਸਤੇ ਉਹਨਾਂ ਪੌਣ ਦੇਵਤੇ ਦੀ ਪੂਜਾ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਉਹਨਾਂ ਦਾ ਡਰ ਤੇ ਲੋੜਾਂ ਵਧਦੀਆਂ ਗਈਆਂ ਨਾ, ਤਿਵੇਂ-ਤਿਵੇਂ ਰੱਬ ਵਧਦੇ ਗਏ। ਇਸੇ ਤਰ੍ਹਾਂ 33 ਕਰੋੜ ਦੇਵਤਿਆਂ ਦਾ ਜਨਮ ਹੋ ਗਿਆ। ਹੁਣ ਜਿੰਨੀਆਂ ਲੋੜਾਂ, ਜਿੰਨਾ ਡਰ, ਉਨੇ ਦੇਵਤੇ। ਅੱਜ ਵੀ ਇਸੇ ਤਰ੍ਹਾਂ ਹੀ ਹੈ, ਜਿਹਨੂੰ ਜਿਹਦੀ ਲੋੜ ਹੈ ਉਹਦੀ ਪੂਜਾ ਕਰੀ ਜਾਂਦਾ। ਹੁਣ ਕਈ ਬੰਦੇ ਦੇਖੇ ਹੈ, ਉਹ ਬਾਬਾ ਹੀ ਉਹੋ ਜਿਹਾ ਲੱਭ ਲੈਂਦੇ ਜਿਹੜਾ ਉਹਨਾਂ ਦੇ ਫਿੱਟ ਬਹਿੰਦਾ ਹੋਵੇ। ਕਈ ਬੰਦੇ ਗੁਰੂ ਅਨੁਸਾਰ ਨਹੀਂ ਚੱਲ ਸਕਦੇ, ਉਹ ਗੁਰੂ ਹੀ ਉਹ ਲੱਭਦਾ ਜਿਹੜਾ ਉਹਨਾਂ ਦੇ ਸੈਟਿੰਗ ਬਹਿ ਜਾਵੇ। ਕਈ ਦੇਖੇ ਬੰਦੇ ਸ਼ਰਾਬ ਮੀਟ ਖਾਣ ਵਾਲੇ, ਉਹ ਕਹਿੰਦੇ ਭੈਰੋ ਦੀ ਪੂਜਾ ਕਰੋ, ਤੇ ਜਿਹੜਾ ਸ਼ਰਾਬ ਮੀਟ ਨਹੀਂ ਖਾਂਦਾ ਵੈਸ਼ਨੂੰ ਹੈ, ਉਹ ਕਹਿੰਦਾ ਵੈਸ਼ਨੂੰ ਦੇਵੀ ਦੀ ਪੂਜਾ ਕਰੋ। ਅੱਜ ਵੀ ਲੋੜਾਂ ਤੇ ਡਰ ਮੁਤਾਬਕ ਅਸੀਂ ਚੋਣ ਕਰਦੇ ਹਾਂ ਵੀ ਅਸੀਂ ਕਿਹੜੇ ਗੁਰੂ ਨੂੰ ਮੰਨਣਾ, ਕਿਹਨੂੰ ਗੁਰੂ ਧਾਰਨ ਕਰਨਾ ਹੈ। ਸਾਡੀ ਇਹ ਲੋੜ ਤੇ ਡਰ ਨਿਰਧਾਰਿਤ ਕਰੇਗਾ। ਇਸੇ ਤਰ੍ਹਾਂ ਉਹ ਜਿਹੜੇ ਸੀ ਫਸ ਗਏ। ਹੌਲੀ ਹੌਲੀ ਉਹਨਾਂ ਸੋਚਿਆ ਵੀ ਬੰਦਾ ਤੇ ਇੱਕ ਖੁਸ਼ ਕਰਨਾ ਬੜਾ ਔਖਾ ਹੈ, ਦੇਵਤਾ ਤੇ ਇੱਕ ਮਾਣਨੀ, ਤੇ 33 ਕਰੋੜ ਨੂੰ ਖੁਸ਼ ਰੱਖਣਾ ਬੜਾ ਔਖਾ ਹੈ। ਨਾਲੇ ਇੱਕ ਇੱਕ ਰੁਪਈਆ ਹੀ ਮੱਥਾ ਟੇਕਿਆ, 33 ਕਰੋੜ ਤੇ ਰੁਪਈਆ ਹੀ ਬਣ ਜਾਣਾ ਹੈ। ਫਿਰ ਇਸ ਕਰਕੇ ਕੰਮ ਸੂਤਰ ਨਾ ਆਇਆ। ਉਹਨਾਂ ਨੇ ਚੋਣ ਕਰਕੇ ਵਿੱਚੋਂ 3 ਦੇਵਤਿਆਂ ਦੀ ਚੋਣ ਕੀਤੀ। ਪਹਿਲਾ ਬ੍ਰਹਮਾ, ਦੂਸਰਾ ਵਿਸ਼ਨੂੰ, ਤੀਸਰਾ ਸ਼ਿਵ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪਰਵਾਨ, ਇੱਕ ਸੰਸਾਰੀ। ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਇੱਕ ਭੰਡਾਰੀ, ਇੱਕ ਭੰਡਾਰੇ ਦੇਣ ਵਾਲਾ, ਰਿਜ਼ਕ ਦੇਣ ਵਾਲਾ ਵਿਸ਼ਨੂੰ, ਇੱਕ ਲਾਏ ਦੀਵਾਨ, ਇੱਕ ਕਚਹਿਰੀ ਲਾਉਣ ਵਾਲਾ ਸ਼ਿਵ, ਜਿਹੜਾ ਮਨੁੱਖਾਂ ਦੀ ਮੌਤ ਦਾ ਹਿਸਾਬ ਕਿਤਾਬ ਕਰਦਾ ਹੈ। ਇਹ ਤਿੰਨਾਂ ਦੇਵਤਿਆਂ ਦੀ ਪੂਜਾ ਸ਼ੁਰੂ ਹੋ ਗਈ, ਅਜੇ ਮੂਰਤੀ ਹੋਂਦ ਵਿੱਚ ਨਹੀਂ ਆਈ। ਹੁਣ ਆਪਾਂ ਅੱਜ ਝਾਤੀ ਮਾਰ ਕੇ ਦੇਖੀਏ, ਆਦਿ ਮਾਨਵ ਡਰਦਾ ਹੋਇਆ ਸੱਪ ਦੀ ਪੂਜਾ ਕਰਦਾ ਸੀ। ਕਿ ਅੱਜ ਸਾਡੀ ਸੋਚ ਵਿਕਾਸ ਕਰ ਗਈ, ਅਸੀਂ ਸੱਪ ਤੋਂ ਨਹੀਂ ਡਰਦੇ। ਅੱਜ ਇੱਥੇ ਸਾਲ ਬਾਅਦ ਗੁੱਗਾ ਪੂਜਿਆ ਜਾਂਦਾ। ਅੱਜ ਇੱਥੇ ਹਿੰਦੁਸਤਾਨ ਦੀ ਧਰਤੀ ਤੇ ਜਰਗ ਦਾ ਮੇਲਾ ਲੱਗਦਾ ਹੈ, ਗਧੇ ਦੀ ਪੂਜਾ ਕੀਤੀ ਜਾਂਦੀ ਹੈ। ਸਪਾਰ ਦਾ ਮੇਲਾ ਲੱਗਦਾ ਹੈ, ਸੱਪ ਦੀ ਪੂਜਾ ਕੀਤੀ ਜਾਂਦੀ ਹੈ। ਕਈ ਵਾਰੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਕਈ ਬੀਬੀਆਂ ਦੇਖੀਆਂ, ਮਾਫ ਕਰਨਾ, ਜ਼ਿਆਦਾਤਰ ਪੂਜਾ ਬੀਬੀਆਂ ਵੱਲੋਂ ਹੀ ਜਾਂਦਾ ਹੈ। ਉਹ ਸੇਵੀਆਂ ਪਾ ਕੇ ਥੋੜੀ ਜਿਹੀ ਕੱਚੀ ਲੱਸੀ ਲੈ ਕੇ ਨਾ, ਗੁੱਗੇ ਦਾ ਡਰੈਸ ਪੁੱਛਦੀਆਂ ਫਿਰਦੀਆਂ। ਡਰੈਸ ਉਹਦਾ ਹੁੰਦਾ ਵਰਮੀ, ਉਹ ਵਰਮੀ ਦੀ ਉਹਦਾ ਜਿਹੜੀ ਕੋਠੀ ਉਹ ਹੈ। ਉੱਥੇ ਜਾ ਕੇ ਪਹਿਲਾਂ ਉਤੋਂ ਸੇਵੀਆਂ ਪਾਈਆਂ ਜਾਂਦੀਆਂ, ਫਿਰ ਥੋੜੀ ਜਿਹੀ ਲੱਸੀ ਪਾਈ ਜਾਂਦੀ। ਜੇ ਉਹ ਗੁੱਗਾ ਚੱਲ ਕੇ ਘਰ ਆ ਜਾਏ ਨਾ, ਉਹ ਸੱਪ ਆ ਜਾਏ ਵੀ ਲਿਆਓ ਸੇਵੀਆਂ, ਲਿਆਓ ਸੇਵੀਆਂ ਖਾਣਾ ਹੈ, ਆਂਦੇ ਡਾਂਗ ਲਿਆਓ, ਇਹਦਾ ਸਿਰ ਭੰਨੋ, ਇਹ ਨਾ ਹੋਵੇ ਕਿਸੇ ਦਾ ਨੁਕਸਾਨ ਕਰ ਦੇ। ਉਦੋਂ ਅਸੀਂ ਕਦੀ ਉਹਨੂੰ ਬੈੱਡ ਤੇ ਬਿਠਾਇਆ ਵੀ ਆ ਸੱਜਣਾ ਆ ਗਿਆ, ਤੇਰੀ ਸੇਵਾ ਕਰੀਏ, ਤੂੰ ਤੇ ਗੁੱਗਾ। ਤੁਸੀਂ ਪੜ੍ਹੋ ਗੁਰਮਤਿ ਮਾਰਤੰਡ, ਭਾਈ ਕਾਹਨ ਸਿੰਘ ਨਾਭਾ ਨੇ ਵਿਸ਼ਲੇਸ਼ਣ ਕਰਕੇ ਦੱਸਿਆ ਕਿ ਗੁੱਗਾ ਰਾਜਸਥਾਨ ਦੀ ਧਰਤੀ ਤੇ ਰਹਿਣ ਵਾਲਾ ਉਹ ਵੈਦ ਸੀ ਜਿਹੜਾ ਸੱਪ ਲੜੇ ਦਾ ਇਲਾਜ ਕਰਦਾ ਸੀ। ਹੌਲੀ ਹੌਲੀ ਲੋਕਾਂ ਨੇ ਸੋਚਿਆ ਵੀ ਸੱਪ ਦੇ ਲਾਗੇ ਗੁੱਗੇ ਦਾ ਨਾਂ ਲਈਏ ਤੇ ਸੱਪ ਨੇੜੇ ਨਹੀਂ ਆਉਂਦਾ। ਅਗਲੀ ਪੀੜ੍ਹੀ ਆਈ, ਉਹਨਾਂ ਨੇ ਚੁੱਕ ਕੇ ਸੱਪ ਦਾ ਨਾਮ ਹੀ ਗੁੱਗਾ ਰੱਖ ਦਿੱਤਾ। ਹੁਣ ਜ਼ਿਆਦਾਤਰ ਕਈ ਬੰਦੇ, ਮਾਫ ਕਰਨਾ, ਸਾਡਾ ਤੇ ਸੁਭਾਅ ਇਦਾਂ ਦਾ ਬਣ ਗਿਆ, ਅੱਜ ਵੀ ਅਸੀਂ ਬੜੇ ਡਰਾਕਲ ਹੈ। ਐਤਵਾਰ ਵਾਲਾ ਦਿਨ ਆਉਂਦਾ ਹੈ, ਅਸੀਂ ਹੱਥਾਂ ਦੇ ਵਿੱਚ ਗੁਟਕੇ ਸਾਹਿਬ ਲਾ ਕੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ,
ਤੇ ਕਈ ਬੰਦੇ ਦੇਖੇ ਵੀਰਵਾਰ ਵਾਲਾ ਦਿਨ ਆਉਂਦਾ, ਉਹਨਾਂ ਹੱਥਾਂ ਵਿੱਚ ਹੀ ਤੇਲ ਵਾਲੀ ਸ਼ੀਸ਼ੀ ਫੜੀ ਹੁੰਦੀ ਸੀ, ਪੀਰ ਦੀ ਜੈ ਜੈਕਾਰ ਗਾਉਂਦੇ ਫਿਰਦੇ। ਜੇ ਪੀਰ ਨੂੰ ਤੇਲ ਨਾ ਪਾਇਆ ਤੇ ਪੀਰ ਨੂੰ ਹੋ ਗਈ ਖੁਸ਼ਕੀ ਤੇ ਸਾਡੇ ਟੱਬਰ ਦਾ ਨੁਕਸਾਨ ਕਰੇਗਾ। ਇਸ ਕਰਕੇ ਉਹਦਾ ਸਿਰ ਤਰ ਰੱਖਣਾ ਜ਼ਰੂਰੀ ਹੈ। ਮੈਂ ਕਹਿੰਦਾ ਕਈ ਬੰਦੇ ਦੇਖੇ ਘਰ, ਕਦੀ ਭਾਵੇਂ ਬਾਪੂ ਨੂੰ ਪੁੱਛਿਆ ਨਾ ਹੋਵੇ, ਉਹ ਤੇਰੇ 70 ਸਾਲ ਦੀ ਉਮਰ ਹੋ ਗਈ, ਆ ਬਾਪੂ ਤੇਰੇ ਸਿਰ 'ਚ ਤੇਲ ਪਾ ਦਿਆਂ, ਕਦੀ ਕਿਸੇ ਨੇ ਪੁੱਛਿਆ? ਸਭ ਤੋਂ ਵੱਡਾ ਪੀਰ, ਸਾਡਾ ਵੱਡਾ ਵਡੇਰਾ ਤੇ ਸਾਡਾ ਬਾਪੂ ਹੁੰਦਾ ਹੈ। ਉਹਨੂੰ ਛੱਡ ਕੇ, ਮੈਂ ਕੱਲ ਵੀ ਗੱਲ ਕਰ ਰਿਹਾ ਸੀ, ਅੰਮ੍ਰਿਤਸਰ ਦੀ ਧਰਤੀ ਦੀ ਮੈਂ ਗੱਲ ਕਰਾਂ, ਕਿੰਨੇ ਡਰਾਕਲ ਹੈ। ਉੱਥੇ ਕਿਸੇ ਦਾ ਪਲਾਟ ਸੀ, ਉਸ ਪਲਾਟ ਵਿੱਚ ਨਾ ਲੋਕ ਗੰਦਗੀ ਸੁੱਟਣੋਂ ਨਹੀਂ ਸੀ ਹਟਦੇ। ਉਹਨੇ ਗਾਲਾਂ ਗੂਲਾਂ ਲਿਖ ਕੇ ਲਾਈਆਂ, ਲੋਕ ਨਹੀਂ ਮੰਨੇ, ਕਿਉਂਕਿ ਸਾਡਾ ਤਾਂ ਸੁਭਾਅ ਜਿੱਥੇ ਲਿਖਿਆ ਹੁੰਦਾ ਹੈ ਵੀ ਨੋ ਪਾਰਕਿੰਗ, ਅਸੀਂ ਤੇ ਪਾਰਕਿੰਗ ਹੀ ਉੱਥੇ ਕਰਦੇ ਹਾਂ। ਉਹਨਾਂ ਲਿਖ ਕੇ ਲਾਇਆ ਵੀ ਇੱਥੇ ਕੂੜਾ ਸੁੱਟਣਾ ਮਨਾ ਹੈ, ਪਰ ਕਿਸੇ ਨੇ ਗੱਲ ਨਾ ਮੰਨੀ। ਉਹਨੂੰ ਕੋਈ ਚਲਾਕ ਬੰਦਾ ਟੱਕਰਿਆ, ਉਹਨੇ ਦੱਸਿਆ ਵੀ ਯਾਰ ਮੇਰਾ ਪਲਾਟ ਖਾਲੀ ਪਿਆ ਹੈ ਤੇ ਲੋਕ ਕੂੜਾ ਸੁੱਟਣੋਂ, ਗੰਦਗੀ ਸੁੱਟਣੋਂ ਨਹੀਂ ਹਟਦੇ, ਕੋਈ ਇਲਾਜ ਦੱਸ। ਕਹਿੰਦਾ ਇਲਾਜ ਬੜਾ ਸੌਖਾ ਹੈ, ਕਰ ਤੂੰ ਆਪੇ ਲੈਣਾ ਹੈ। ਕਹਿੰਦਾ 4-5 ਇੱਟਾਂ ਲੈ ਕੇ ਨਾ, ਉਹਨਾਂ ਨੂੰ ਹਰਿਆ ਰੰਗ ਮਾਰ ਕੇ ਵਿੱਚ ਦੀਵਾ ਜਗਾ ਦੇ, 4 ਦਿਨ ਤੈਨੂੰ ਪੱਲਿਓਂ ਤੇਲ ਪਾਉਣਾ ਪੈਣਾ, ਮੁੜ ਕੇ ਤੇਲ ਪਾਉਣ ਵਾਲੇ ਆਪੇ ਆ ਜਾਣੇ, ਭਾਵੇਂ ਰੋਜ਼ ਪਕੌੜੇ ਕੱਢ ਕੇ ਖਾਈ, ਤੇਲ ਤਾਂ ਵੀ ਨਹੀਂ ਮੁੱਕਣਾ। ਅੱਛਾ, ਉੱਥੇ ਜਦੋਂ ਉਹਨਾਂ ਨੇ ਉਹ ਥੋੜੀ ਜਿਹੀ ਬਣਾ ਕੇ ਜਗ੍ਹਾ ਵਿੱਚ ਦੀਵਾ ਜਗਾ ਦਿੱਤਾ, ਰੂੜੀ ਲੋਕਾਂ ਨੇ ਹੂੰਝ ਹੂੰਝ ਕੇ ਚੰਡ ਕੱਢ ਦਿੱਤੇ। ਉੱਥੇ ਕਿਸੇ ਨੇ ਸੁਖਣਾ ਸੁਖੀ ਵੀ ਮੇਰਾ ਕੇਸ ਖਾਰਜ ਹੋ ਜਾਏ, ਚਲੋ 100 ਕੇਸ ਚੱਲਦਾ, 50 ਤੇ ਖਾਰਜ ਹੋਣੇ। ਹੁਣ ਉੱਥੇ ਕਿਸੇ ਨੇ ਅਰਦਾਸ ਕਰ ਦਿੱਤੀ, ਮੈਂ ਪੜ੍ਹਾਈ ਵਿੱਚੋਂ ਪਾਸ ਹੋ ਜਾਵਾਂ, ਇੱਥੇ ਨਲਕਾ ਲਵਾਵਾਂਗਾ, ਨਲਕਾ ਲੱਗ ਗਿਆ। ਕਿਸੇ ਨੇ ਕਹਿ ਦਿੱਤਾ ਮੇਰਾ ਮੁੰਡਾ ਵਿਆਹ ਜਾਵੇ, ਮੈਂ ਕੋਠਾ ਪਵਾ ਦੇਵਾਂਗਾ, ਮੁੰਡਾ ਵਿਆਹ ਗਿਆ, ਕੋਠਾ ਪੈ ਗਿਆ। ਸਾਲ ਬਾਅਦ ਮੇਲਾ ਲੱਗਣ ਲੱਗ ਪਿਆ। ਜਦੋਂ ਮੇਲਾ ਲੱਗਣ ਲੱਗ ਪਿਆ, ਜਿਹਦਾ ਪਲਾਟ ਸੀ ਉਹ ਕਹਿੰਦਾ ਭਾਈ ਮੈਂ ਤੇ ਕੂੜੇ ਤੋਂ ਖਹਿੜਾ ਛਡਾਇਆ ਸੀ ਤੇ ਬਾਬਾ ਮੱਲ ਮਾਰ ਕੇ ਬਹਿ ਗਏ। ਉਹ ਕਹਿੰਦਾ ਬਾਬਾ ਕੱਢੋ ਇੱਥੋਂ। ਉਹ ਆਂਦੇ ਬਾਬਾ ਕਿੱਦਾਂ ਕੱਢੀਏ? ਕੋਈ ਕਵੇ ਸਾਨੂੰ ਪੁੱਤ ਇੱਥੋਂ ਮਿਲਿਆ, ਕੋਈ ਕਵੇ ਸਾਡੇ ਮੁੰਡੇ ਦਾ ਵਿਆਹ ਹੀ ਇੱਥੋਂ ਹੋਇਆ। ਉਹ ਸਾਰਾ ਕਹਿੰਦਾ ਚਲੋ ਇਦਾਂ ਦੱਸੋ, ਇਹਦਾ ਇਤਿਹਾਸ ਦੱਸੋ। ਉਹ ਕਹਿੰਦੇ ਇਤਿਹਾਸ ਦਾ ਨਹੀਂ ਸਾਨੂੰ ਪਤਾ। ਕਹਿੰਦਾ ਬਾਬੇ ਦਾ ਨਾਂ ਦੱਸੋ। ਕਹਿੰਦੇ ਨਾਂ ਬਾਬੇ ਦਾ ਰੂੜੀ ਸ਼ਾਹ, ਕਿਉਂਕਿ ਰੂੜੀ ਤੇ ਦੀਵਾ ਜੱਗੇ। ਇਸ ਕਰਕੇ ਉਹਦੀ ਪੂਜਾ ਇੱਥੇ ਧਰਤੀ ਤੇ ਆਰੰਭ ਹੋਈ। ਅੱਜ ਵੀ ਗਿਆਨੀ ਦਿੱਤ ਸਿੰਘ ਨੇ ਇੱਕ ਬੁੱਕ ਲਿਖੀ ਹੈ, ਗੁੱਗਾ ਗਪੌੜਾ ਸੁਲਤਾਨ ਪੁਆੜਾ, ਉਹਦੇ ਵਿੱਚ ਉਹਨੇ ਜ਼ਿਕਰ ਕੀਤਾ। ਕਹਿੰਦਾ ਇੱਕ ਮਾਈ ਸੀ, ਗੁੱਗੇ ਨੂੰ ਨੇ ਤਪੂਈ ਦੀ ਥਾਲੀ ਵਿੱਚ ਪਾ ਕੇ ਸੇਵੀਆਂ, ਕਹਿੰਦੇ ਅੱਗੇ ਸੇਵੀਆਂ ਲੈ ਕੇ ਜਾਂਦੀ ਸੀ। ਕਿਸੇ ਵੇਲੇ ਗੁੱਗਾ ਵਰਮੀ ਚ ਹੁੰਦਾ ਸੀ, ਕਿਸੇ ਵੇਲੇ ਉਹ ਡਿਊਟੀ ਗਿਆ ਹੁੰਦਾ ਸੀ, ਉੱਥੇ ਫਿਰ ਚੂਹੇ ਉਹ ਸੇਵੀਆਂ ਖਾ ਜਾਂਦੇ ਸੀ। ਤੇ ਅੱਜ ਗੁੱਗਾ ਵਰਮੀ ਦੇ ਵਿੱਚ ਹੀ ਬੈਠਾ ਸੀ, ਉਹਨੇ ਜਾ ਕੇ ਸੇਵੀਆਂ ਪਾਈਆਂ, ਗਾੜੀਆਂ ਗੁੱਗੇ ਨੇ ਖਾ ਲਈਆਂ। ਹੁਣ ਸਾਡੀ ਮਨੌਤ ਇਹ ਹੈ ਵੀ ਸੇਵੀਆਂ ਗੁੱਗੇ ਦੇ ਹਿੱਕੇ ਨਾਲ ਲੱਗੀਆਂ ਹੋਣ, ਇਸ ਕਰਕੇ ਉੱਤੋਂ ਲੱਸੀ ਦੀ ਧਾਰ ਬੰਨ ਕੇ ਪਾਈ ਜਾਂਦੀ। ਹੁਣ ਉਹਨੇ ਸੇਵੀਆਂ ਤੇ ਲਈਆਂ ਖਾ, ਤੇ ਜਦੋਂ ਧਾਰ ਬੰਨ ਕੇ ਲੱਸੀ ਦੀ ਪਾਈ ਤੇ ਗੁੱਗੇ ਦਾ ਮੂੰਹ ਛੋਟਾ ਸੀ, ਲੱਸੀ ਦੀ ਧਾਰ ਮੋਟੀ ਸੀ। ਧਾਰ ਬੰਨ ਕੇ ਲੱਸੀ ਦੀ ਜਦੋਂ ਪਾਈ ਤੇ ਗੁੱਗੇ ਨੂੰ ਗਲੂਟੂ ਆ ਗਿਆ। ਗੁੱਗੇ ਕੱਸ ਕੇ ਫੂਕ ਐਸੀ ਮਾਰੀ ਕਿ ਮਾਤਾ ਜੀ ਦੇ ਤੋਤੇ ਉੱਡ ਗਏ, ਥਾਲੀ ਟੁੱਟ ਗਈ ਤੇ ਗੜਵੀ ਗਵਾਚ ਗਈ, ਗਮ ਨਾ ਬੁਖਾਰ ਹੋ ਗਿਆ। ਉਹ ਗੁੱਗਿਆ ਮਾਈ ਜੀ ਦਾ 1.25 ਮਹੀਨਾ ਮੰਜੀ ਉੱਤੇ ਪੁਗਿਆ, ਉਹਨੂੰ ਕੱਖ ਲੱਗ ਗਿਆ। ਬਾਅਦ ਵਿੱਚ ਉਹ ਤੁਰਨ ਫਿਰਨ ਜੋਗੀ ਵੀ ਨਾ ਰਹੀ। ਸੋ ਇਸ ਕਰਕੇ ਅੱਜ ਵੀ ਆਦੀ ਮਨ ਵਾਲੀਆਂ ਆਦਤਾਂ ਸਾਡੇ ਵਿੱਚ ਮੌਜੂਦ ਹੈ। ਸਾਨੂੰ ਬੰਦਾ ਡਰਾਉਣ ਵਾਲਾ ਚਾਹੀਦਾ, ਅਸੀਂ ਡਰ ਕੇ ਕਬਰ ਤੇ ਵੀ ਮੱਥਾ ਟੇਕ। ਕਈ ਤੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਮੰਨਦੇ ਆ ਜਿਵੇਂ ਹੁਣ ਲੋਕ ਸਿਆਸਤੀ ਹੋ ਗਏ ਵੀ 3 ਪਾਰਟੀਆਂ ਦੇ ਸਰਪੰਚ ਪਿੰਡ ਵਿੱਚ ਖਲੋ ਜਾਣ, ਉਹ ਕਹਿੰਦੇ ਇਦਾਂ ਕਰੋ ਵੋਟਾਂ ਪਾੜ ਕੇ ਪਾ ਦਿਓ, ਪਤਾ ਨਹੀਂ ਕਿਹਨੇ ਸਰਪੰਚ ਬਣ ਜਾਣਾ ਹੈ, ਇਹਨਾਂ ਨੂੰ ਤਿੰਨਾਂ ਨੂੰ ਹੱਥਾਂ ਵਿੱਚ ਰੱਖਣਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਮੰਨਣ ਲੱਗ ਪਏ। ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਪਵਾ ਦਿਓ, ਰਾਤ ਨੂੰ ਜਗਰਾਤਾ ਕਰਾ ਦਿਓ, ਅਗਲੇ ਦਿਨ ਕਿਸੇ ਕਬਰ ਤੇ ਚੌਲਾਂ ਦੀ ਦੇਗ ਚੜਾ ਦਿਓ, ਸਾਰਿਆਂ ਨੂੰ ਹੱਥਾਂ ਵਿੱਚ ਰੱਖਣਾ ਚਾਹੀਦਾ, ਪਤਾ ਨਹੀਂ ਕਿਹਦੀ ਲੋੜ ਪੈ ਜਾਣੀ। ਪਰ ਮਾਫ ਕਰਨਾ, ਬਾਬੇ ਨੇ ਗੁਰਬਾਣੀ ਵਿੱਚ ਇੱਕ ਸੰਵਿਧਾਨ ਦਿੱਤਾ ਹੈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵੀ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ, ਹੋਰ ਕੋਈ ਦਾਤਾ ਹੀ ਹੈ ਨਹੀਂ। ਗੱਲ ਨਿਬੜ ਗਈ। ਗੱਲ ਮੈਂ ਕਰ ਰਿਹਾ ਸਾਂ ਇੱਥੇ। ਮੁੜ ਕੇ ਉਸ ਤੋਂ ਬਾਅਦ 3 ਦੇਵਤਿਆਂ ਦੀ ਪੂਜਾ ਸ਼ੁਰੂ ਹੋਈ। ਹੁਣ ਮੱਧ ਕਾਲ ਦੇ ਵਿੱਚ ਨਾਰਦ ਆਇਆ, ਕਿਉਂਕਿ ਜਿਹੜੇ ਮੰਦਰ ਸਨ ਇਹਨਾਂ ਦਾ ਨਿਰਮਾਣ ਹੋਇਆ ਸੀ, ਪਰ ਮੰਦਰਾਂ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਮਰਤੀਆਂ, 52 ਉਪਨਿਸ਼ਦ, ਕਿਉਂਕਿ ਇਹਨਾਂ ਦਾ ਪਠਨ ਪਾਠ ਹੁੰਦਾ ਸੀ। ਕਈ ਵਾਰੀ ਆਪਾਂ ਸਿੱਖ ਬਾਬੇ ਦੇਖਦੇ ਹਾਂ, ਇਹਨਾਂ ਦੀ ਫੋਟੋ ਅੱਗੇ ਲਿਖਿਆ ਹੁੰਦਾ 108 ਪੂਰਨ ਬ੍ਰਹਮ ਗਿਆਨੀ
ਬਾਬਾ ਜੀ ਜਾਂ ਇਦਾਂ ਦੀ ਕੋਈ ਨਾਂ ਲਿਖਿਆ ਹੁੰਦਾ ਹੈ। ਉਹ 108 ਦਾ ਅਰਥ ਹਿੰਦੂ ਧਰਮ ਮੁਤਾਬਕ ਜਿਹੜੇ ਬੰਦੇ ਨੂੰ 4 ਵੇਦ 6 ਸ਼ਾਸਤਰ 18 ਪ੍ਰਾਣ 27 ਸਮਰਤੀਆਂ 52 ਉਪਨਿਸ਼ਦ ਇੱਕ ਗਾਇਤਰੀ ਮੰਤਰ ਮੂੰਹ ਜ਼ਬਾਨੀ ਕੰਠ ਹੋਵੇ, ਉਸ ਬੰਦੇ ਨੂੰ 108 ਕਿਹਾ ਜਾਂਦਾ ਹੈ। ਸਾਡੇ ਧਰਮ ਦਾ ਤੇ ਕੋਈ ਲੈਣ ਦੇਣ ਨਹੀਂ, ਪਤਾ ਨਹੀਂ ਉਹ ਕਿੱਦਾਂ ਸਾਡੇ ਧਰਮ ਵਿੱਚ ਖਿਸਕ ਕੇ ਆ ਗਏ। ਚਲੋ ਉਸ ਵੇਲੇ ਮੰਦਰਾਂ ਦੇ ਵਿੱਚ ਇਹ ਸਾਰਾ ਕੁਝ ਹੋਣ ਲੱਗ ਪਿਆ। ਹੁਣ ਨਾਰਦ ਵੀ ਪੰਡਤ ਸੀ, ਪੁਜਾਰੀ ਸੀ। ਇਹਨੇ ਸੋਚਿਆ ਪਹਿਲਾਂ ਵੇਦ ਆਪ ਪੜ੍ਹਨੇ ਪੈਂਦੇ, ਫਿਰ ਲੋਕਾਂ ਨੂੰ ਪੜ੍ਹਾਉਣੇ ਪੈਂਦੇ, ਹਰ ਸਵਾਲ ਦਾ ਜਵਾਬ ਦੇਣਾ ਪੈਂਦਾ। ਇਹਨੇ ਐਲਾਨ ਕਰ ਦਿੱਤਾ, ਮੈਂ ਭਗਵਾਨ ਦੇ ਦਰਸ਼ਨ ਕਰ ਲਏ। ਉਹ ਸਾਰੇ ਇਕੱਠੇ ਹੋ ਕੇ ਆਏ, ਕਹਿੰਦੇ ਫਿਰ ਦੱਸ ਭਗਵਾਨ ਕਿੱਦਾਂ ਦਾ ਹੈ। ਹੁਣ ਉਸ ਵੇਲੇ ਨਾ ਤੇ ਪੇਂਟਿੰਗ ਹੁੰਦੀ ਸੀ, ਨਾ ਕੋਈ ਬ੍ਰਸ਼, ਨਾ ਕੋਈ ਇਹੋ ਜਿਹੀ ਚੀਜ਼ ਵਾਹ ਕੇ ਦੱਸਣ ਵਾਲੀ। ਉਹ ਕਹਿੰਦਾ ਪੱਥਰ ਲਿਆਓ। ਪੱਥਰ ਲਿਆਂਦਾ ਗਿਆ, ਕਹਿੰਦਾ ਕਾਰੀਗਰ ਨੂੰ ਬੁਲਾਓ। ਕਾਰੀਗਰ ਸੱਦਿਆ ਗਿਆ, ਉਹਨੂੰ ਕਹੇ ਪੱਥਰ ਨੂੰ ਘੜ। ਜਦੋਂ ਉਹਨੇ ਪੱਥਰ ਘੜਿਆ ਨਾ, ਉਹਦੀਆਂ 2-4 ਬਾਹਾਂ ਬਣ ਗਈਆਂ, ਹੋਰ ਤਰ੍ਹਾਂ ਦਾ, ਨਾ ਉਹ ਬੰਦਾ ਨਾ ਉਹ ਜਾਨਵਰ। ਉਹ ਕਹਿੰਦਾ ਭਗਵਾਨ ਇਦਾਂ ਦਾ। ਅੱਜ ਤਾਂ ਹੀ ਮੂਰਤੀਆਂ ਦੀਆਂ ਕਈ ਵਾਰੀ 6-6 ਬਾਹਾਂ ਹੁੰਦੀਆਂ, ਕਿਉਂਕਿ ਉਸ ਵੇਲੇ ਜਿੰਨੀ ਕੁ ਘੜੀ ਗਈ ਉਨੀ ਕੁ ਉਹਨੇ ਘੜ ਦਿੱਤੀ। ਉਹਨੇ ਕਹਿ ਦਿੱਤਾ ਭਗਵਾਨ ਇਦਾਂ ਦਾ ਹੈ। ਬਾਕੀ ਜਿਹੜੇ ਨਾਲ ਦੇ ਸਨ ਉਹਨਾਂ ਨੇ ਆਪਣੇ ਹਿਸਾਬ ਨਾਲ ਜਕਾਰੇ ਲਾ ਦਿੱਤੇ ਵੀ ਠੀਕ ਹੈ, ਭਗਵਾਨ ਪੈਦਾ ਹੋ ਗਿਆ। ਹੁਣ ਵੇਦਾਂ ਤੋਂ ਸ਼ਾਸਤਰਾਂ ਤੋਂ ਖਹਿੜਾ ਛੁੱਟ ਜਾਏਗਾ। ਮੂਰਤੀ ਲਿਆ ਕੇ ਮੰਦਿਰ ਵਿੱਚ ਸਥਾਪਿਤ ਕਰ ਦਿਓ, ਅੱਗੇ ਲਾ ਦਿਓ ਗੋਲਕ, ਲੋਕੀ ਮੱਥਾ ਟੇਕ ਕੇ ਤੁਰਦੇ ਬਣਨਗੇ, ਨਾ ਕੋਈ ਸਵਾਲ ਕਰੇਗਾ ਤੇ ਨਾ ਮੂਰਤੀ ਜਵਾਬ ਦੇਗੀ। ਸਾਰਾ ਕੁਝ ਤਾਂ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਕਾਇਦਾ ਲਿਖਿਆ, ਹਿੰਦੂ ਮੂਲੋਂ ਭੁੱਲੇ ਨਿਖੁੱਟੇ ਜਾਹੀਂ, ਨਾਰਦ ਕਹਿਆ ਸੇ ਪੂਜ ਕਰਾਹੀਂ। ਕਹਿੰਦੇ ਨਾਰਦ ਨੇ ਜਿਹੜਾ ਕਹਿ ਦਿੱਤਾ ਉਹਦੀ ਪੂਜਾ ਸ਼ੁਰੂ ਹੋ ਗਈ। ਇੱਧਰ 1398 ਦੇ ਵਿੱਚ ਬਨਾਰਸ ਦੀ ਧਰਤੀ ਤੇ ਇੱਕ ਯੋਧੇ ਨੇ ਜਨਮ ਲਿਆ, ਜਿਹਦਾ ਨਾਮ ਰੱਖਿਆ ਗਿਆ ਕਬੀਰ। ਭਾਵੇਂ ਇਹਨਾਂ ਦਾ ਮਾਤਾ ਪਿਤਾ ਦਾ ਨਾਮ ਨੀਰੂ ਤੇ ਨੀਮਾ ਕਰਕੇ ਆਉਂਦਾ। ਕਬੀਰ ਜੀ ਨੇ ਜਨਮ ਲਿਆ। ਉਹਨਾਂ ਦੇ ਸਾਹਮਣੇ ਜਦੋਂ ਮੂਰਤੀ ਦੀ ਪੂਜਾ ਹੋਣੀ ਸ਼ੁਰੂ ਹੋਈ, ਇੱਕ ਵਾਰ ਉਹਨਾਂ ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਕੀਤਾ, ਭਾਂਤ ਭਾਂਤ ਬਨਾਰਸੀ ਭਾਸ਼ਾ 'ਚ ਕਹਿੰਦੇ ਚੌਲਾਂ ਨੂੰ, ਪਿਹਤ ਪਿਹਤ ਕਹਿੰਦੇ ਦਾਲ ਨੂੰ, ਅਰ ਲਾਪਸੀ ਲਾਪਸੀ ਕਹਿੰਦੇ ਆ ਜਿਹੜਾ ਕੜਾਹ ਪ੍ਰਸ਼ਾਦ ਪਤਲਾ ਜਿਹਾ ਬਣਾਈਦਾ ਉਹਨੂੰ ਲਾਪਸੀ, ਕਰਕਰਾ ਕਾ ਸਾਰ ਕਰਕਰੀ ਜੀ ਪੰਜੀਰੀ। ਇਹ ਇੱਕ ਬੀਬੀ ਨੇ ਥਾਲੀ ਵਿੱਚ ਪਾਈ ਤੇ ਭਗਵਾਨ ਦੀ ਮੂਰਤੀ ਵੱਲ ਨੂੰ ਲੈ ਕੇ ਆ ਗਈ। ਤੇ ਉੱਥੇ ਪੰਡਤ ਜੀ ਨੇ ਉਹ ਫੜ ਕੇ, ਪੁਜਾਰੀ ਨੇ ਥਾਲੀ ਤੇ ਥੋੜਾ ਜਿਹਾ ਕੜਾਹ ਭਗਵਾਨ ਦੇ ਮੂੰਹ ਨੂੰ ਲਾ ਦਿੱਤਾ। ਉਹਨੇ ਸੋਚਿਆ ਕਿਤੇ ਮਿੱਠਾ ਭਗਵਾਨ ਦੇ ਮੂੰਹ ਨੂੰ ਲਾਇਆ ਤੇ ਭਗਵਾਨ ਦੇ ਮੂੰਹ ਨੂੰ ਕੀੜੀਆਂ ਨਾ ਚੰਬੜ ਜਾਣ, ਉੱਤੋਂ ਥੋੜੀ ਜਿਹੀ ਸਵਾਹ ਲਾ ਦਿੱਤੀ। ਹੁਣ ਉਹ ਖਾਲੀ ਥਾਲੀ ਲੈ ਕੇ ਨਾ ਜਦੋਂ ਬੀਬੀ ਵਾਪਸ ਮੁੜ ਲੱਗੀ ਤੇ ਕਬੀਰ ਜੀ ਨੇ ਅੱਗਿਓਂ ਡੱਕ ਲਿਆ, ਰੋਕ ਲਿਆ। ਕਹਿਣ ਲੱਗੇ ਬੀਬੀ ਭੈਣ, ਇਹ ਸਮਾਨ ਕਿਹਦੇ ਵਾਸਤੇ ਲੈ ਕੇ ਆਈ? ਉਹ ਕਹਿੰਦੀ ਭਗਵਾਨ ਵਾਸਤੇ। ਤੇ ਭਗਤ ਕਬੀਰ ਜੀ ਕਹਿੰਦੇ ਫਿਰ ਗੱਲ ਸੁਣ ਮੇਰੀ, ਭਾਂਤ ਪਿਹਤ ਅਰ ਲਾਪਸੀ ਕਰਕਰਾ ਕਾ ਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ। ਉਹ ਜਿਹੜੇ ਭਗਵਾਨ ਲਈ ਤੂੰ ਲੈ ਕੇ ਆਈ ਉਹਦੇ ਮੂੰਹ ਤੇ ਪੰਡਤ ਨੇ ਸਵਾਹ ਪਾ ਦਿੱਤੀ, ਸਾਰਾ ਕੁਝ ਤੇ ਆਪ ਖਾ ਗਏ। ਉਹਦੇ ਭਗਵਾਨ ਨੂੰ ਕੱਖ ਨਹੀਂ ਮਿਲਿਆ। ਉਹ ਸਾਰੇ ਜਿਹੜੇ ਖਲੋਤੇ ਸਨ ਨਾ ਉੱਥੇ, ਤੇ ਪੁਜਾਰੀ ਨੇ ਸੋਚਿਆ ਵੀ ਇਹ ਬੰਦਾ ਕੱਲ ਨੂੰ ਖਤਰਾ ਪੈਦਾ ਕਰੇਗਾ। ਉਹਨਾਂ ਆਪਣੇ ਡਰ ਕਰਕੇ ਸਾਰਿਆਂ ਜਾਣਿਆਂ ਨੇ ਇਕੱਠਿਆਂ ਹੋ ਕੇ ਮੀਟਿੰਗ ਕੀਤੀ। ਉਹਨਾਂ ਨੇ ਵੇਖਿਆ ਵੀ ਕਬੀਰ ਜਿਹੜਾ, ਇਹਦੇ ਵਿਚਾਰ ਕ੍ਰਾਂਤੀਕਾਰੀ, ਇਹ ਕਿਸੇ ਨੂੰ ਨਹੀਂ ਮੰਨਦਾ ਰੱਬ ਤੋਂ ਸਿਵਾਏ। ਇਸ ਕਰਕੇ ਉਹਨਾਂ ਨੇ ਸਿਕੰਦਰ ਲੋਧੀ ਨੂੰ ਸ਼ਿਕਾਇਤ ਕੀਤੀ ਵੀ ਕਬੀਰ ਨੂੰ ਤਲਬ ਕੀਤਾ ਜਾਏ, ਬੁਲਾਇਆ ਜਾਏ, ਇਹਨੂੰ ਪੁੱਛਿਆ ਜਾਏ ਵੀ ਭਗਵਾਨ ਨੂੰ ਕਿਉਂ ਨਹੀਂ ਮੰਨਦਾ, ਇਹ ਨਾਸਤਕ ਹੈ। ਹੁਣ ਇੱਕ ਪਾਸੇ ਭਗਤ ਕਬੀਰ ਇਕੱਲੇ, ਦੂਜੇ ਪਾਸੇ ਜੋਗੀ ਜਤੀ ਤਪੀ ਮੁਨੀ ਸੰਨਿਆਸੀ ਬ੍ਰਹਮਚਾਰੀ ਸਾਰੇ ਗਰੁੱਪ ਵੱਡਾ ਬਣ ਗਿਆ। ਉਹਨਾਂ ਜ਼ਿਕਰ ਕੀਤਾ, ਜੇ ਮਾਰਗ ਪੰਡਤ ਗਏ ਪਾਸ਼ੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੈਂ ਚੜ ਰਹੇ ਹੋ ਕਬੀਰ। ਕਹਿੰਦੇ ਔਖੀ ਘਾਟੀ ਇੱਥੇ ਇਕੱਲਾ ਕਬੀਰ ਹੀ ਚੜਿਆ, ਬਾਕੀ ਸਾਰੇ ਇੱਕ ਪਾਸੇ ਹੋ ਤੁਰੇ। ਹੁਣ ਕਬੀਰ ਨੂੰ ਸਿਕੰਦਰ ਲੋਧੀ ਦੇ ਦਰਬਾਰ ਵਿੱਚ ਬੁਲਾਇਆ ਗਿਆ। ਪੁਜਾਰੀਆਂ ਸਵਾਲ ਕੀਤਾ। ਉਹ ਕਹਿੰਦੇ ਕਬੀਰ ਦੱਸ, ਇਹ ਭਗਵਾਨ ਨੂੰ ਤੂੰ ਕਿਉਂ ਨਹੀਂ ਮੰਨਦਾ? ਉਹ ਕਹਿੰਦਾ ਮੈਂ ਭਗਵਾਨ ਉਸ ਨੂੰ ਮੰਨਦਾ ਜਿਨਨੇ ਸਾਰਾ ਸੰਸਾਰ ਬਣਾਇਆ, ਜਿਨਨੇ ਮਨੁੱਖ ਬਣਾਏ ਹੈ। ਮਨੁੱਖਾਂ ਨੇ ਜਿਹੜਾ ਭਗਵਾਨ ਬਣਾਇਆ ਮੈਂ ਉਹਨੂੰ ਨਹੀਂ ਮੰਨਦਾ। ਕਹਿੰਦੇ ਇਦਾਂ ਤੇ ਹੋ ਸਕਦਾ ਵੀ ਭਗਵਾਨ ਨੇ ਮਨੁੱਖ ਬਣਾਏ, ਹੁਣ ਮਨੁੱਖਾਂ ਨੇ ਵੀ ਕੋਈ ਭਗਵਾਨ ਬਣਾਇਆ? ਉਹ ਤੇ ਆਪਾਂ ਗੁਰੂ ਨਾਨਕ ਸਾਹਿਬ ਨੇ ਅੱਗੇ ਜਾ ਕੇ ਲਿਖ ਹੀ ਦਿੱਤਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।
ਉਹਨਾਂ ਜ਼ਿਕਰ ਕੀਤਾ ਜਿਹੜਾ ਭਗਵਾਨ ਥਾਪਿਆ ਹੀ ਨਹੀਂ ਜਾ ਸਕਦਾ ਮੈਂ ਉਹਨੂੰ ਮੰਨਦਾ। ਕਬੀਰ ਜੀ ਨੇ ਕਹਿ ਦਿੱਤਾ ਮੇਰਾ ਮੂਰਤੀ ਵਿੱਚ ਵਿਸ਼ਵਾਸ ਨਹੀਂ। ਹੁਣ ਅਗਲਾ ਸਵਾਲ ਕਬੀਰ ਜੀ ਨੇ ਕੀਤਾ, ਚਲੋ ਮੇਰਾ ਇੱਕ ਸਵਾਲ ਉਹਦਾ ਜਵਾਬ ਦੇ ਦਿਓ, ਇਹ ਮੂਰਤੀ ਕਰਦੀ ਕੀ ਹੈ ਜਿਹੜੀ ਆਪਣੀ ਮੂੰਹ ਤੋਂ ਮੱਖੀ ਨਹੀਂ ਡਾ ਸਕਦੀ, ਕੁਝ ਆਪ ਖਾ ਨਹੀਂ ਸਕਦੀ, ਇਹ ਕਿਸੇ ਨੂੰ ਕੀ ਦੇ ਸਕਦੀ ਹੈ? ਉਹ ਪੁਜਾਰੀ ਕਹਿੰਦੇ ਤੂੰ ਅਣਜਾਣ ਹੈ, ਨਾਸਤਕ ਹੈ, ਤੈਨੂੰ ਨਹੀਂ ਪਤਾ, ਇਹ ਭਗਵਾਨ ਦੀ ਮੂਰਤੀ ਹੈ, ਜਿਹੜਾ ਇਹਦਾ ਨਰਾਦਰ ਕਰਦਾ ਹੈ ਉਹਦਾ ਇਹ ਸਤਿਆਨਾਸ਼ ਕਰ ਦਿੰਦੀ ਹੈ। ਫਿਰ ਕਬੀਰ ਜੀ ਕਹਿੰਦੇ ਇੱਕ ਸਵਾਲ ਹੋਰ ਹੈ, ਇਹ ਜਦੋਂ ਭਗਵਾਨ ਦੀ ਮੂਰਤੀ ਨਹੀਂ ਸੀ ਬਣੀ, ਇਹ ਪਹਿਲਾਂ ਪੱਥਰ ਹੋਏਗਾ? ਕਹਿੰਦੇ ਹਾਂ। ਫਿਰ ਇਹਨੂੰ ਕਿਸੇ ਕਾਰੀਗਰ ਨੇ ਘੜਿਆ ਹੋਏਗਾ? ਕਹਿੰਦੇ ਹਾਂ। ਕਹਿੰਦੇ ਫਿਰ ਇਹਨੂੰ ਘੜ ਲੱਗਿਆ ਉਹਨੇ ਪਹਿਲਾਂ ਇਹਦੀ ਛਾਤੀ ਤੇ ਪੈਰ ਰੱਖਿਆ ਹੋਏਗਾ? ਕਹਿੰਦੇ ਹਾਂ। ਫਿਰ ਇਹਦੀਆਂ ਅੱਖਾਂ ਵਿੱਚ ਹਥੌੜੇ ਛੈਣੀਆਂ ਮਾਰੀਆਂ ਹੋਣਗੀਆਂ? ਕਹਿੰਦੇ ਹਾਂ। ਇਹਦੇ ਨੱਕ ਵਿੱਚ, ਮੂੰਹ ਵਿੱਚ, ਕੰਨਾਂ ਵਿੱਚ ਐਨ ਹਥੌੜੇ ਛੈਣੀਆਂ ਮਾਰ ਮਾਰ ਕੇ ਇਹਨੂੰ ਬਣਾਇਆ ਹੋਏਗਾ? ਕਹਿੰਦੇ ਹਾਂ। ਫਿਰ ਕਹਿੰਦੇ ਸਭ ਤੋਂ ਵੱਡਾ ਨਰਾਦਰ ਤੇ ਇਹਦਾ ਕਾਰੀਗਰ ਨੇ ਕੀਤਾ ਹੈ, ਫਿਰ ਇਹ ਮੂਰਤੀ 'ਚ ਤਾਕਤ ਹੈਗੀ ਤੇ ਸਭ ਤੋਂ ਪਹਿਲਾਂ ਕਾਰੀਗਰ ਨੂੰ ਖਾਵੇ। ਪਾਖਾਨ ਗੱਡ ਕੇ ਮੂਰਤ ਕੀਨੀ, ਦੇਖੈ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਜਿਹਨੇ ਇਹ ਮੂਰਤੀ ਬਣਾਈ ਹੈ, ਇਹ ਸਭ ਤੋਂ ਪਹਿਲਾਂ ਭਗਵਾਨ ਦੀ ਮੂਰਤੀ ਉਹਨੂੰ ਖਾਵੇ। ਉੱਥੇ ਉਸ ਸਮੇਂ ਨਾਂਗੇ ਸਾਧੂ ਬੈਠੇ ਸਨ, ਉਹ ਕਹਿੰਦੇ ਚਲੋ ਮੂਰਤੀ ਵਾਲਿਆਂ ਦੀ ਤੇ ਜ਼ਬਾਨ ਬੰਦ ਹੋ ਗਈ ਹੈ। ਉਹ ਕਹਿੰਦੇ ਕਬੀਰ ਦੇਖ, ਇਹ ਚਲੋ ਪੱਥਰ ਦੀ ਮੂਰਤੀ ਹੈ, ਸਾਡੇ ਵੱਲ ਦੇਖ, ਅਸੀਂ ਨੰਗੇ ਹੀ ਘੁੰਮਦੇ ਆਂ, ਕੱਪੜਾ ਨਹੀਂ ਪਹਿਨਦੇ। ਅਸੀਂ ਹਾੜ ਦਾ ਮਹੀਨਾ ਆਉਂਦਾ, ਆਪਣੇ ਤਨ ਤੇ ਧੁੱਪ ਝੱਲ ਲੈਨੇ, ਸੀ ਨਹੀਂ ਕਰਦੇ। ਇਸੇ ਤਰ੍ਹਾਂ ਅਸੀਂ ਠੰਡ ਵਿੱਚ ਬੈਠ ਕੇ ਸਮਾਧੀਆਂ ਲਾਉਨੇ ਆ, ਬਰਫ਼ ਸਾਡੇ ਸਰੀਰ ਤੇ ਡਿੱਗ ਪੈਂਦੀ ਹੈ, ਤਨ ਸੜ ਜਾਂਦਾ, ਪਰ ਅਸੀਂ ਨਹੀਂ ਹਿੱਲਦੇ, ਸਾਡੀ ਵੀ ਕੋਈ ਮਹਾਨਤਾ ਨਹੀਂ। ਭਗਤ ਕਬੀਰ ਜੀ ਕਹਿੰਦੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਜੇ ਨੰਗੇ ਰਿਆਂ ਰੱਬ ਮਿਲਦਾ ਹੁੰਦਾ ਤੇ ਜੰਗਲਾਂ ਵਿੱਚ ਜਾਨਵਰ ਨੰਗੇ ਹੀ ਘੁੰਮਦੇ, ਉਹਨਾਂ ਨੂੰ ਕਦੇ ਦਾ ਰੱਬ ਮਿਲ ਜਾਣਾ ਸੀ। ਨੰਗੇ ਰਹਿਣ ਦੀ ਕੋਈ ਮਹਾਨਤਾ ਨਹੀਂ। ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਹੁਣ ਉਹਨਾਂ ਨੇ ਕੱਪੜੇ ਪਹਿਨਣ ਵਾਲਿਆਂ ਨੂੰ ਹਦਾਇਤ ਕੀਤੀ, ਸੱਜਣਾ ਕੱਪੜੇ ਭਾਵੇਂ 10,000 ਦੇ ਪਾ ਲੈ, ਲੀਲਨ ਪਾ, ਭਾਵੇਂ ਗੀਜਾ ਕਾਟਨ ਪਾ, ਪੇਪਰ ਕਾਟਨ ਪਾ, ਜੋ ਮਰਜ਼ੀ ਪਾ, ਪਰ ਜਿੰਨਾ ਚਿਰ ਤੇਰੇ ਹਿਰਦੇ 'ਚ ਰੱਬ ਦਾ ਨਾਮ ਨਹੀਂ ਨਾ ਟਿਕਦਾ, ਇਹ ਕੱਪੜੇ ਵੀ ਸ਼ੋਭਾ ਨਹੀਂ ਦਿੰਦੇ। ਉਹਨਾਂ ਜ਼ਿਕਰ ਕੀਤਾ ਧਣੀ ਵੀ ਹੋਣਾ ਪਾਟ ਪਟੰਬਰ, ਪਾਹੇ ਛੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸੈ ਨਾਲੇ। ਕਹਿੰਦੇ ਵੇਖੋ ਕੱਪੜੇ ਭਾਵੇਂ ਸੋਹਣੇ ਪਾਏ ਹੋਣ, ਬੰਦਾ ਤਖਤ ਤੇ ਬੈਠਾ ਹੋਵੇ, ਜੇ ਰੱਬੀ ਗੁਣ ਉਹਦੇ ਵਿੱਚ ਨਹੀਂ ਹੈਗੇ, ਗੁਰੂ ਅਰਜਨ ਸਾਹਿਬ ਕਹਿੰਦੇ ਸਣੇ ਤਖਤ ਇਹੋ ਜਿਹੇ ਬੰਦੇ ਨੂੰ ਅੱਗ ਲੱਗ ਜਾਣੀ ਚਾਹੀਦੀ ਹੈ। ਕਹਿੰਦੇ ਮੈਂ ਮਿੱਟੀ ਵਿੱਚ ਲਿਬੜਿਆ ਵੀ ਸੋਭਾ ਪਾਉਣਾ ਹੈ, ਕਿਉਂਕਿ ਮੇਰੇ ਹਿਰਦੇ ਵਿੱਚ ਰੱਬ ਦਾ ਨਾਮ ਵਸਦਾ। ਕਬੀਰ ਜੀ ਕਹਿੰਦੇ ਚੰਮ ਭਾਵੇਂ ਬੰਨਿਆ ਵੀ ਹੋਵੇ, ਕੱਪੜੇ ਵਧੀਆ ਪਾਏ ਵੀ ਹੋਣ, ਕਈ ਬੰਦੇ ਦੇਖੇ ਘਰ ਸ਼ੀਸ਼ਾ ਵਧੀਆ ਲਿਆ ਕੇ ਲਾ ਦਿੰਦੇ ਐ, ਇਤਰ ਲੈ ਕੇ ਆਉਂਦੇ ਐ ਵੀ ਤਨ ਵਿੱਚੋਂ ਬਦਬੂ ਨਾ ਆਵੇ, ਸੈਂਟ ਲੈ ਕੇ ਆਉਂਦੇ ਐ, ਬੋਡੀ ਪਰਫਿਊਮ ਲੈ ਕੇ ਆਉਂਦੇ ਐ, ਹਰ ਚੀਜ਼, ਕਈ ਤੇ ਫਿਸਕੋ ਲਾ ਕੇ ਮੁੱਛ ਦਾੜੀ ਵੀ ਐ ਸਵਾਰਦੇ ਐ। ਬੀਬੀਆਂ ਨੇ ਵੀ ਆਪਣੇ ਹਾਰ ਸ਼ਿੰਗਾਰ ਵਾਸਤੇ ਕੋਈ ਸੁਰਖੀ, ਬਿੰਦੀ, ਪਾਊਡਰ ਸਾਰਾ ਕੁਝ ਲਿਆ ਕੇ ਰੱਖਿਆ ਹੁੰਦਾ, ਪਰ ਇਹ ਸਰੀਰ ਨੂੰ ਸਵਾਰਨ ਸ਼ਿੰਗਾਰਨ ਵਾਲੀਆਂ ਚੀਜ਼ਾਂ ਐ। ਆਤਮਾ ਦੀ ਬਦਬੂ ਇਹਦੇ ਨਾਲ ਨਹੀਂ ਹਟਦੀ, ਵਿਚਾਰਾਂ ਦੀ ਬਦਬੂ ਨਹੀਂ ਹਟਦੀ, ਸਰੀਰ ਦੀ ਹਟ ਜਾਏਗੀ। ਵਿਚਾਰਾਂ ਵਿੱਚੋਂ ਖੁਸ਼ਬੂ ਉਦੋਂ ਆਏਗੀ ਜਦੋਂ ਇਹ ਗੁਰਬਾਣੀ ਦੀ ਪੋਥੀ ਆਤਮਾ ਨੂੰ ਸਵਾਰਨ ਵਾਸਤੇ ਪੜ੍ਹਨੀ ਸ਼ੁਰੂ ਕਰੇਗਾ। ਆਤਮਾ ਨੂੰ ਸਵਾਰਨਾ ਸ਼ਿੰਗਾਰਨਾ ਹੋਵੇ ਤੇ ਗੁਟਕਾ ਸਾਹਿਬ ਖੋਲਣਾ ਪਏਗਾ। ਆਤਮਾ ਨੂੰ ਸਵਾਰਨਾ, ਆਤਮਾ ਵਿੱਚ ਸੁਗੰਧੀ ਪੈਦਾ ਕਰਨੀ ਹੈ, ਸਹਿਜ ਪਾਠ ਕਰਨਾ ਪਏਗਾ। ਇਹ ਸੈਂਟ ਨਾਲ ਨਹੀਂ ਆਤਮਾ ਵਿੱਚੋਂ ਸੁਗੰਧੀ ਪੈਦਾ ਹੋਏਗੀ। ਚਲੋ ਵੱਖਰੀ ਗੱਲ ਹੈ, ਹਰ ਘਰ 'ਚ ਅੱਜ ਪਾਊਡਰ ਸੈਂਟ ਤੁਹਾਨੂੰ ਮਿਲ ਜਾਏਗਾ, ਪੋਥੀ ਕਿਸੇ ਵਿਰਲੇ ਸਿੱਖ ਦੇ ਘਰ ਮਿਲਦੀ ਹੈ। ਵੀ ਪਹਿਲੀ ਗੱਲ ਹੈ, ਸਾਡਾ ਫਰਜ਼ ਬਣਦਾ ਸੀ ਅਸੀਂ ਗੁਰੂ ਘਰ ਆ ਕੇ ਗੁਰਬਾਣੀ ਨੂੰ ਸਰਵਣ ਕਰਦੇ, ਗੁਰਬਾਣੀ ਨੂੰ ਪੜ੍ਹਦੇ। ਫਰਜ਼ ਕਰੋ ਨਹੀਂ ਗੁਰੂ ਘਰ ਆ ਕੇ ਪੜ੍ਹਿਆ ਸੁਣਿਆ ਗਿਆ, ਤੇ ਜਦੋਂ 2-4 ਮੌਕੇ ਘਰ ਗੁਰਬਾਣੀ ਸੁਣਦੇ ਬਣਦੇ, ਉਹ ਨਹੀਂ ਛੱਡਣੇ ਚਾਹੀਦੇ। ਕਿਉਂਕਿ 2-3 ਵਾਰੀਆਂ ਅਸੀਂ ਜਦੋਂ ਮੌਤ ਹੋ ਜਾਏ ਉਦੋਂ ਗੁਰੂ ਨੂੰ ਘਰ ਲੈ ਕੇ ਆਉਨੇ, ਤੇ ਜਾਂ ਜਦੋਂ ਕਾਕੇ ਦਾ ਵਿਆਹ, ਕੋਈ ਖੁਸ਼ੀ ਦਾ ਮੌਕਾ ਹੋਵੇ, ਉਦੋਂ ਗੁਰੂ ਨੂੰ ਘਰ ਲੈ ਕੇ ਜਾਂਦੇ। ਕੋਈ ਵਿਰਲਾ ਹੀ ਸਿੱਖ ਹੈ ਜਿਹੜਾ ਉਦਾਂ ਹੀ ਖੁਸ਼ੀ ਨਾ ਕਵੇ ਮਹਾਰਾਜ ਨੂੰ ਮੈਂ ਮਹੀਨਾ ਘਰ ਲੈ ਕੇ ਆ ਕੇ ਪ੍ਰਕਾਸ਼ ਕੀਤਾ ਜਾਂਦਾ। 5 ਪੌੜੀਆਂ ਹੀ ਗ੍ਰੰਥੀ ਸਿੰਘ ਪੜ੍ਹਦੇ, ਮੇਰੇ ਕੋਲ ਹੀ ਬੈਠੇ, 5 ਪੌੜੀਆਂ ਪਾਠ ਦੀਆਂ ਪੜ੍ਹਦੇ ਤੇ ਅੰਦਰੋਂ ਪਰਿਵਾਰ
ਭੱਜ ਕੇ ਬਾਹਰ ਇਦਾਂ ਨਿਕਲ ਜਾਂਦਾ ਵੀ ਜਿੱਦਾਂ ਅੰਦਰ ਹੁਣ ਗੀਤਾ ਦਾ ਪਾਠ ਚੱਲ ਪਿਆ ਹੋਵੇ, ਵੀ ਹੁਣ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੇਖਾ ਦੇਖਾ ਨਹੀਂ। ਉਸ ਤੋਂ ਬਾਅਦ ਕੋਈ ਚੁੱਲ੍ਹੇ ਗੜੀ ਬੈਠ ਕੇ ਗੱਪਾਂ ਮਾਰਦਾ ਹੈ, ਕੋਈ ਖੇਤਾਂ ਨੂੰ ਚਲਿਆ ਜਾਂਦਾ ਹੈ, ਕਈ ਥਾਈਂ ਤੇ ਨਾਲ ਵਾਲੇ ਕਮਰੇ 'ਚ ਕਾਰਟੂਨ ਚੱਲੀ ਜਾਂਦੇ ਆ ਤੇ ਨਾਲ ਨਾਲ ਪਾਠ ਚੱਲੀ ਜਾਂਦਾ। ਇੱਥੋਂ ਤੱਕ ਹੈਰਾਨੀ ਹੁੰਦੀ ਹੈ, ਕਈ ਬੰਦੇ ਘਰ ਦੇ ਵਿੱਚ ਬਜ਼ੁਰਗ ਦੀ ਤੇ ਬੱਚੇ ਦੀ ਡਿਊਟੀ ਲਾ ਦਿੰਦੇ ਵੀ ਤੂੰ ਅਗਰਬੱਤੀ ਦਾ ਤੇ ਜੋਤ ਦਾ ਖਾਸ ਧਿਆਨ ਰੱਖਣਾ ਹੈ, ਭਾਈ ਜੋ ਪੜਦਾ ਪੜੀ ਜਾਏ ਉਹਨੂੰ ਭੇਟਾ ਦੇਣੀ ਹੈ, ਉਹਦੇ ਵੱਲ ਧਿਆਨ ਨਹੀਂ ਦੇਣਾ। ਕਈ ਬੰਦੇ ਫਿਰ ਵੇਖੇ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਵੇਖ ਲੈਂਦੇ ਵੀ ਅਗਰਬੱਤੀ ਤੇ ਜੋਤ ਜਗਦੀ ਹੈ, ਜੇ ਜਗਦੀ ਹੈ ਤੇ ਉੱਥੋਂ ਹੀ ਵਾਪਸ ਆ ਕੇ ਧੜੱਪ ਮੰਜੇ ਤੇ ਡਿੱਗ ਪੈਂਦੇ, ਅੰਦਰ ਜਾ ਕੇ ਨਹੀਂ, ਕੋਲ ਨਹੀਂ ਬੈਠਦੇ। 3 ਦਿਨ ਗੁਰੂ ਘਰ ਰਹਿੰਦਾ, 3 ਦਿਨ ਮਹਾਰਾਜ ਦੀ ਬਾਣੀ ਦਾ ਪਾਠ ਚੱਲਦਾ ਹੈ। ਗੁਰੂ ਆਵਾਜ਼ਾਂ ਦਿੰਦਾ, ਸਿੱਖਾ ਆ ਤੇਰੀ ਝੋਲੀ ਵਿੱਚ ਕੁਝ ਪਾ ਦਿਆਂ, ਮੇਰੇ ਕੋਲ ਬੈਠ। ਇਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਅਗਰਬੱਤੀ ਇੱਕ ਹੋਰ ਦਿਖਾ ਦਿਆਂਗਾ, ਜੋਤ 'ਚ ਘਿਓ ਹੋਰ ਪਾ ਦਿਆਂਗਾ, ਪਰ ਜੇ ਤੂੰ ਕਹਿ ਵੀ ਤੇਰੇ ਕੋਲ ਬੈਠ ਜਾਵਾਂ, ਇਹ ਨਹੀਂ ਹੋ ਸਕਦਾ, ਕੋਲ ਨਹੀਂ ਬਹਿੰਦਾ। ਮੈਂ ਤੇ ਕਹਿੰਦਾ ਗੁਰੂ ਸਾਡਾ ਧੰਨ ਹੈ। ਕੋਈ ਪ੍ਰਾਹੁਣਾ ਆ ਜਾਏ ਨਾ, ਉਹਨੂੰ ਪ੍ਰਾਹੁਣੇ ਨੂੰ ਬਿਠਾ ਦਿਓ ਅੰਦਰ, ਫੁੱਫੜ ਜੀ ਆਏ ਹੋਣ, ਮਾਮਾ ਜੀ ਆਏ ਹੋਣ, ਅੰਦਰ ਬਿਠਾ ਕੇ ਨਾ ਸਾਰਾ ਟੱਬਰ ਬਾਹਰ ਨਿਕਲ ਕੇ ਆਪਣਾ ਕੰਮ ਕਰਨ ਲੱਗ ਪਏ ਨਾ, ਉਹ ਪ੍ਰਾਹੁਣਾ ਘੰਟੇ ਕੁ ਬਾਅਦ ਨਿਕਲ ਕੇ ਬਾਹਰ ਆ ਜਾਏਗਾ। ਉਹ ਕਹੇਗਾ ਸੱਜਣੋ ਮੈਂ ਤੁਹਾਡੇ ਘਰ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਸੀ, ਜੇ ਤੁਸੀਂ ਮੇਰੇ ਕੋਲ ਹੀ ਨਹੀਂ ਸੀ ਬੈਠਣਾ ਤੇ ਮੈਂ ਤੁਹਾਡੇ ਘਰ ਕੀ ਲੈਣ ਆਉਣਾ ਸੀ। ਅੱਜ ਤੋਂ ਬਾਅਦ ਮੈਂ ਜੀਂਦੇ ਜੀ ਤੁਹਾਡੇ ਘਰ ਪੈਰ ਨਹੀਂ ਪਾਵਾਂਗਾ, ਤੁਸੀਂ ਮੈਨੂੰ ਘਰ ਸੱਦ ਕੇ ਮੇਰਾ ਨਰਾਦਰ ਕੀਤਾ। ਪਰ ਗੁਰੂ ਧੰਨ ਹੈ, 3 ਦਿਨ ਗੁਰੂ ਘਰੋਂ ਨਹੀਂ ਜੇ ਜਾਂਦਾ। ਅਸੀਂ ਕੋਲ ਬੈਠੀਏ ਜੇ ਨਾ ਬੈਠੀਏ, ਗੁਰੂ ਕਾਰਜ ਪੂਰਾ ਕਰਕੇ ਜਾਂਦਾ। ਕਈ ਤੇ ਬੰਦੇ ਇੱਥੋਂ ਤੱਕ ਵੇਖਿਓ ਕਹਿੰਦੇ ਵੀ ਸਪੀਕਰ ਵਾਲੇ ਨੂੰ ਕਹਿੰਦੇ ਸਪੀਕਰ ਕਿੰਨੇ, ਉਹ ਕਹਿੰਦਾ 3, ਤਿੰਨੇ ਲਾਇਆ ਉੱਪਰ ਟੈਂਕੀ ਤੇ ਬੰਨਦੇ, ਆਵਾਜ਼ ਛੱਡਦੇ ਫੁੱਲ। ਤੇ ਜਦੋਂ ਪਾਠੀ ਸਿੰਘ ਪਾਠ ਪੜ੍ਹਦਾ ਹੈ, ਮੱਝਾਂ ਗਵਾਂਢੀਆਂ ਦੀਆਂ ਨਹੀਂ ਮਿਲਦੀਆਂ, ਨਿਆਣੇ ਗਵਾਂਢੀਆਂ ਦੇ ਰੋਂਦੇ ਹੈ, ਬਾਪੂ ਗਵਾਂਢੀਆਂ ਦਾ ਦੁਹਾਈ ਪਾਉਂਦਾ ਆਵਾਜ਼ ਥੋੜੀ ਜੀ ਘੱਟ ਕਰ ਦਿਓ, ਆਵਾਜ਼ ਬੜੀ ਜ਼ਿਆਦਾ ਹੈ। ਤੇ ਜੇ ਕੋਈ ਘੱਟ ਕਰਾਉਣ ਆ ਜਾਏ ਤੇ ਆਪਾਂ ਕਹਿੰਦੇ ਵੇਖਿਆ ਸ਼ਰੀਕ, ਇਹਨਾਂ ਕੋਲ ਜਰਿਆ ਨਹੀਂ ਗਿਆ ਮਹਾਰਾਜ ਦੀ ਬਾਣੀ। ਉਹ ਭਲਿਆ ਲੋਕਾ, ਬਾਣੀ ਤੂੰ ਸੁਣਨੀ ਸੀ, ਤੂੰ ਕੋਲ ਬੈਠਣਾ ਸੀ, ਪਿੰਡ ਨੂੰ ਸੁਣਾਉਣ ਦਾ ਠੇਕਾ ਨਾ ਚੁੱਕ। ਪਿੰਡ ਜਿਹੜਾ ਉਹ ਆਪਣੇ ਆਪ ਹੀ ਸੁਣ ਲਏਗਾ, ਜਿਹਨੂੰ ਲੋੜ ਹੋਏਗੀ ਉਹ ਗੁਰੂ ਕੋਲ ਆ ਜਾਏਗਾ, ਤੂੰ ਆਪਣਾ ਫਰਜ਼ ਨਿਭਾ। ਹੁਣ ਕਈ ਬੰਦੇ ਇੱਥੋਂ ਤੱਕ ਵੇਖੇ ਐ, ਸ਼ਗਨ ਵਾਲੇ ਆਉਣੇ ਹੋਣ ਨਾ, ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਗ੍ਰੰਥੀ ਸਿੰਘ ਨੂੰ ਬਿਠਾ ਕੇ ਸ਼ਗਨ ਵਾਲਿਆਂ ਦੀ ਉਡੀਕ ਮਹਾਰਾਜ ਕੋਲੋਂ ਕਰਾਈ ਜਾਂਦੀ। ਚਲੋ ਮੰਨ ਲਓ ਕੋਈ ਮਜਬੂਰੀ ਬਣ ਗਈ, ਤੇ ਜਦੋਂ ਸ਼ਗਨ ਵਾਲੇ ਆ ਜਾਂਦੇ ਕਈ ਬੰਦੇ ਫਿਰ ਕਾਹਲੇ ਪੈਂਦੇ ਵੀ ਚੁਟਕੀਆਂ ਨਾਲ ਹੀ ਹੁਣ ਕੰਮ ਨਿਬੇੜ ਦਿਓ, ਸ਼ਗਨ ਵਾਲਿਆਂ ਬੜੀ ਦੂਰ ਜਾਣਾ। ਇੱਥੋਂ ਤੱਕ ਕੋਈ ਜਿਨ੍ਹਾਂ ਦਾ ਆਨੰਦ ਕਾਰਜ ਹੈ ਉਹ ਮਹਾਰਾਜ ਦੀ ਤਾਬਿਆ ਵਿੱਚ ਹਜ਼ੂਰੀ 'ਚ ਬੈਠੇ ਹੁੰਦੇ, 4 ਲਾਵਾਂ ਹੋਣੀਆਂ ਹੁੰਦੀਆਂ, ਪਰ ਮਾਫ ਕਰਨਾ ਬੋਲਿਆਂ ਵਾਂਗੂ 4 ਲਾਵਾਂ ਕਰਾ ਕੇ ਉੱਥੋਂ ਰਵਾਨਾ ਹੋ ਜਾਂਦੇ। ਇੱਕ ਵੀ ਪੰਕਤੀ, ਕਈ ਤੇ ਬੰਦੇ ਵੇਖੇ ਐ ਉਹਨਾਂ ਦੀਆਂ ਲਾਵਾਂ ਤੋਂ ਪਹਿਲਾਂ ਲੱਤਾਂ ਕੰਬਣ ਨਹੀਂ ਹੁੰਦੀਆਂ, ਕਹਿੰਦੇ ਤਜਰਬੇਕਾਰ ਬੰਦਾ ਲਿਆਓ ਕੋਈ ਲਾਗੇ, ਉਹ ਦੱਸੇਗਾ। ਭੈਣ ਲਾਗੇ ਤਜਰਬੇਕਾਰ ਬੀਬੀ ਬਿਠਾਈ ਜਾਂਦੀ ਕੋਈ ਵਿਆਹੀ, ਵੀ ਜਦੋਂ ਲਾਂ ਖਤਮ ਹੋ ਜਾਂਦੀ ਹੈ ਥੋੜਾ ਜਿਹਾ ਹਿਲਾ ਦੇਈ, ਸਾਨੂੰ ਨਹੀਂ ਪਤਾ ਵੀ ਸਾਡੇ ਨਾਲ ਬਣ ਕੀ ਡਿਆ। ਕਈ ਬੰਦਿਆਂ ਨੇ ਤੇ ਕੱਪੜੇ ਇਦਾਂ ਦੇ ਪਾਏ ਹੁੰਦੇ ਵੀ ਪਤਾ ਨਹੀਂ ਇੱਥੇ ਡਿੱਗ ਪੈਣਾ ਕਿ ਉੱਥੇ ਡਿੱਗ ਪੈਣਾ, ਉਹਨਾਂ ਨੂੰ ਨਾਲ ਨਾਲ ਫੜਨ ਵਾਲੇ ਵੀ ਕਈ ਵਾਰੀ ਨਾਲ ਨਾਲ ਲਾਵਾਂ ਲਈ ਜਾਂਦੇ। 4 ਲਾਵਾਂ ਤੇ ਸਾਰੀ ਜ਼ਿੰਦਗੀ ਖਲੋਤੀ ਹੁੰਦੀ ਹੈ, ਪਰ ਉਹਨਾਂ 4 ਲਾਵਾਂ ਵਿੱਚੋਂ ਇੱਕ ਵੀ ਪੰਕਤੀ ਕੰਨਾਂ ਨਾਲ ਨਹੀਂ ਸੁਣੀ ਜਾਂਦੀ। ਤੇ ਬਾਕੀ ਵੱਡੀ ਗੱਲ ਇਹ ਹੈ, ਇਹ ਪ੍ਰੋਗਰਾਮ ਉਹ ਸੀ ਜਿਨ੍ਹਾਂ ਵਿੱਚ ਜਾ ਕੇ ਅਸੀਂ ਜੋੜੀ ਨੂੰ ਆਸ਼ੀਰਵਾਦ ਦੇਣਾ ਸੀ। ਅਸੀਂ ਪੈਲਸਾਂ ਵੱਲ ਨੂੰ ਰੁਕ ਕਰ ਲਿਆ, ਉੱਥੋਂ ਛਕ ਛਕਾ ਕੇ ਸ਼ਗਨ ਫੜਾ ਕੇ ਤੇ ਘਰ ਨੂੰ ਪਰਤਾਈ ਦਾ ਨਾ। ਅਸੀਂ ਹੁਣ ਵਿਆਹ ਸਮਾਗਮ ਵੀ ਸਾਡੇ ਜਿਹੜੇ ਇਦਾਂ ਦੇ, ਮੈਂ ਤਾਂ ਕਹਿੰਦਾ ਸਾਡੇ ਨਿਆਣਿਆਂ ਉਹੀ ਭੁੱਲ ਜਾਣਾ ਵੀ ਵਿਆਹ ਹੁੰਦੇ ਕਿੱਦਾਂ ਸੀ, ਕਿਉਂਕਿ ਕਦੀ ਬੱਚਾ ਖੜਿਆ ਹੋਵੇ ਤੇ ਫੇਰ ਹੈ ਨਾ। ਕੌਣ ਹੈ ਜਿਹੜਾ ਬੱਚਾ ਲੈ ਕੇ ਲਾਵਾਂ ਵਿੱਚ ਜਾਂਦਾ ਹੋਏਗਾ? ਬਹੁਤ ਘੱਟ। ਉਹ 5-6 ਜੀ ਘਰ ਵਾਲੇ ਲੜਕੀ ਵਾਲੇ ਹੁੰਦੇ ਹੈ, 5-6 ਲੜਕੇ ਵਾਲੇ ਹੁੰਦੇ ਹੈ। ਪਿੱਛੇ ਜੇ ਇੱਕ ਨੌਜਵਾਨ ਨੂੰ ਪੁੱਛਿਆ ਵੀ ਵਿਆਹ ਕਿੱਦਾਂ ਹੁੰਦਾ, ਬੱਚਾ ਛੋਟਾ, ਉਹਨੂੰ ਪੁੱਛਿਆ ਵੀ ਵਿਆਹ ਕਿੱਦਾਂ ਹੁੰਦਾ ਹੈ, ਸਿੱਖਾਂ ਦਾ ਵਿਆਹ ਕਿੱਦਾਂ ਹੁੰਦਾ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਇੰਟਰਵਿਊ ਲਈ ਸੀ ਸਾਰਿਆਂ ਦੀ, ਵੀ ਮੁਸਲਮਾਨਾਂ ਨੂੰ ਪੁੱਛਿਆ। ਉਹ ਕਹਿੰਦੇ ਤੁਹਾਡੇ ਵਿਆਹ ਨਿਕਾਹ ਕਿੱਦਾਂ ਹੁੰਦਾ ਹੈ? ਉਹ ਕਹਿੰਦਾ 3 ਵਾਰੀ ਕਾਜੀ ਬੋਲਦਾ ਕਬੂਲ ਹੈ, ਕਬੂਲ ਹੈ, ਕਬੂਲ ਹੈ, ਤੇ ਸਾਡੇ ਵਿਆਹ ਮੰਨਿਆ ਜਾਂਦੇ। ਈਸਾਈਆਂ ਦੇ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਸਾਡੇ ਰਿੰਗ ਸੈਰੇਮਨੀ ਪੈਂਦੀ ਹੈ, ਬਾਅਦ ਵਿੱਚ ਰਿੰਗ ਪਾਉਣ ਤੋਂ ਬਾਅਦ ਤਾੜੀਆਂ ਵੱਜ ਜਾਂਦੀਆਂ। ਹਿੰਦੂਆਂ ਦੇ ਬੱਚੇ ਨੂੰ ਪੁੱਛਿਆ, ਕਹਿੰਦਾ ਵੇਦੀ ਦੁਆਲੇ 7 ਲਾਵਾਂ ਲੈ ਕੇ ਜੈ ਮਾਲਾ ਪਾ ਕੇ ਵਿਆਹ ਕੀਤਾ ਜਾਂਦਾ ਹੈ। ਤੇ ਇੱਕ ਸਿੱਖਾਂ ਦਾ ਬੱਚਾ ਸੀ, ਉਹਨੂੰ ਪੁੱਛਿਆ, ਉਹ ਕਹਿੰਦੇ ਵਿਆਹ ਕਿੱਦਾਂ ਹੁੰਦਾ ਹੈ? ਕਹਿੰਦਾ ਡੀਜੇ ਲਾ ਕੇ ਸ਼ਰਾਬਾਂ ਵਰਤਾ ਕੇ ਜਦੋਂ ਨੱਚ ਨੱਚ ਕੇ ਬਾਪੂ ਦੀ ਪੱਗ ਲੱਥ ਜੇ ਉਦੋਂ ਵਿਆਹ ਹੁੰਦਾ। ਆਹ ਗੱਲਾਂ ਜਿਹੜੀਆਂ ਕਈ ਵਾਰੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ
ਚੰਗਾ ਭਲਾ ਬਜ਼ੁਰਗ ਹੁੰਦਾ ਹੈ, ਸਟੇਜ ਤੇ ਨੱਚਣ ਵਾਲੀ ਦੇ ਅੱਗੇ ਮੂੰਹ 'ਚ ਨੋਟ ਪਾ ਕੇ ਨੱਚ ਰਿਹਾ ਹੁੰਦਾ। ਉਹ ਪੀੜ੍ਹੀ ਨੂੰ ਕੀ ਸਿੱਖਿਆ ਦੇਗਾ? ਜਿਹੜੀ ਨੌਜਵਾਨ ਪੀੜ੍ਹੀ ਨੂੰ ਦੇਖ ਰਹੀ ਹੈ, ਬੱਚੇ ਦੇਖ ਰਹੇ, ਇਹਦਾ ਮਤਲਬ ਦਾੜੀ ਚਿੱਟੀ ਹੋ ਗਈ, ਕਰਤੂਤਾਂ ਅਜੇ ਵੀ ਕਾਲੀਆਂ। ਕਿਉਂਕਿ ਇਹਨੇ ਸਮਝਾਉਣਾ ਸੀ ਵੀ ਭਲਿਆ ਇਹ ਗੁਰਮਤਿ ਸਮਾਗਮ ਕਿੱਦਾਂ ਕਰਨੇ ਆ, ਵਿਆਹ ਸਮਾਗਮ ਕਿੱਦਾਂ ਕਰਨੇ ਆ, ਇਹ ਅਸੀਂ ਬੱਚਿਆਂ ਨੂੰ ਦੱਸਣਾ ਸੀ, ਪਰ ਅਸੀਂ ਉਹਨਾਂ ਨੂੰ ਲੈ ਕੇ ਨਹੀਂ। ਚਲੋ ਮੈਂ ਆਪਣੇ ਵਿਸ਼ੇ ਵੱਲ ਆਵਾਂ। ਹੁਣ ਕਬੀਰ ਜੀ ਨੇ ਉੱਥੇ ਆ ਕੇ ਉਹਨਾਂ ਨੂੰ ਕਿਹਾ, ਵੇਖੋ ਭਈ, ਭਾਵੇਂ ਚੰਮ ਨੰਗਾ ਛੱਡੋ ਚਾਹੇ ਬੰਨ ਲਓ, ਇਹਦਾ ਲਾਭ ਕੋਈ ਨਹੀਂ। ਉਸ ਤੋਂ ਬਾਅਦ ਉੱਥੇ ਮੁਨੀ ਬੈਠੇ ਸਨ, ਉਹ ਕਹਿੰਦੇ ਕਬੀਰ ਚੱਲ ਮੰਨ ਲਓ ਵੀ ਇਹ ਨਾਂਗੇ ਸਾਧੂਆਂ ਦਾ ਖੰਡਨ ਕਰ ਦਿੱਤਾ, ਮੂਰਤੀ ਦਾ ਖੰਡਨ ਕਰ ਦਿੱਤਾ, ਸਾਡੇ ਵੱਲ ਦੇਖ, ਅਸੀਂ ਰੱਬੇ ਰਸਤੇ ਵਿੱਚ ਆਪਣਾ ਸਿਰ ਹੀ ਮੁੰਡਵਾ ਦਿੱਤਾ ਹੈ, ਸਿਰ ਹੀ ਘਰੜ ਕਰਵਾ ਦਿੱਤਾ ਹੈ, ਤੂੰ ਇਹਨੂੰ ਵੀ ਨਹੀਂ ਮੰਨਦਾ? ਅੱਗਿਓਂ ਕਬੀਰ ਜੀ ਕਹਿੰਦੇ ਹੁਣ ਸਿਰ ਮੁੰਡਵਾਉਣਾ ਬੜਾ ਉਸ ਵੇਲੇ ਕਠਿਨ ਕੰਮ ਸਮਝਿਆ ਜਾਂਦਾ ਸੀ, ਕਿਉਂਕਿ ਜ਼ਿਆਦਾਤਰ ਸਿਰ ਉਹਨਾਂ ਲੋਕਾਂ ਦਾ ਮੁੰਡਿਆ ਜਾਂਦਾ ਸੀ ਜਿਹੜੇ ਧਰਮ ਤੋਂ ਜਾਂ ਸਮਾਜ ਤੋਂ ਬੇਮੁਖ ਹੋ ਗਏ ਹੋਣ, ਜਾਂ ਜਿਹੜੇ ਬੰਦੇ ਜਿਹੜੇ ਸਨ ਸੰਨਿਆਸੀ ਹੋ ਗਏ ਹੋਣ, ਜਾਂ ਜਿਨ੍ਹਾਂ ਨੇ ਕੋਈ ਸਮਾਜ ਦੇ ਵਿੱਚ ਇਹੋ ਜਿਹਾ ਘਿਨਾਉਣਾ ਕੰਮ ਕੀਤਾ ਹੋਵੇ ਜਿਹੜਾ ਨਾ ਬਰਦਾਸ਼ਤਯੋਗ ਹੋਵੇ, ਉਹਨਾਂ ਦੇ ਕੇਸ ਕੱਟੇ ਜਾਂਦੇ ਸਨ। ਹੋਰ ਕੋਈ ਕੇਸ ਨਹੀਂ ਸੀ ਕਟਵਾਉਂਦਾ। ਜੇ ਇਤਿਹਾਸ ਵਿੱਚ ਆਪਾਂ ਵੇਖ ਲਈਏ ਤੇ ਬਾਬਰ ਨੇ ਹਿੰਦੁਸਤਾਨ ਦੀ ਧਰਤੀ ਤੇ ਹਮਲਾ ਕੀਤਾ, ਉਹਨੇ ਜਿੱਥੇ ਲੋਕਾਂ ਨੂੰ ਲੁੱਟਿਆ, ਔਰਤਾਂ ਦੀਆਂ ਗੁੱਤਾਂ ਮੁੰਨ ਦਿੱਤੀਆਂ। ਗੁਰਬਾਣੀ ਵਿੱਚ ਉਹਨਾਂ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਘੋੜੇ ਦੀ ਵਾਂਗ ਫੜ ਕੇ ਕਿਹਾ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਤੂੰ ਰਾਜਾ ਨਹੀਂ, ਤੂੰ ਸ਼ੇਰ ਹੈ। ਕਿਉਂਕਿ ਬੰਦਿਆਂ ਤੇ ਜੁਰਮ ਕਰੇ ਤੇ ਗੱਲ ਚੱਲਦੀ ਹੈ, ਜਨਾਨੀਆਂ ਦੀਆਂ ਗੁੱਤਾਂ ਕੱਟ ਕੇ ਤੂੰ ਪਾਪ ਕੀਤਾ, ਇਹ ਸ਼ੋਭਾ ਨਹੀਂ ਦਿੰਦਾ। ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੇ ਧੂੜ, ਇਹ ਸਿਰ ਕਿਉਂ ਮੁੰਨੇ? ਬਾਬਰ ਸ਼ਰਮਿੰਦਾ ਹੋ ਗਿਆ। ਬਾਬੇ ਨੇ ਕਿਹਾ ਤੂੰ ਮਰਦਾਂ ਵਾਲੀ ਨਹੀਂ ਕੀਤੀ। ਬਾਬਰ ਨੇ ਸਿਰ ਝੁਕਾ ਲਿਆ ਵੀ ਮੇਰੇ ਕੋਲ ਗਲਤੀ ਹੋਈ, ਮੈਨੂੰ ਔਰਤਾਂ ਦੀਆਂ ਗੁੱਤਾਂ ਨਹੀਂ ਸੀ ਮੁੰਨਣੀਆਂ ਚਾਹੀਦੀਆਂ। ਪਰ ਅੱਜ ਮੈਂ ਕਹਿੰਦਾ ਅੱਜ ਬਾਬਰ ਹੱਸਦਾ ਹੋਏਗਾ। ਬਾਬਾ ਨਾਨਕ ਝਾਤੀ ਮਾਰ ਕੇ ਦੇਖ, ਮੈਂ ਤੇ ਫ੍ਰੀ ਵਿੱਚ ਹੀ ਗੁੱਤਾਂ ਕੱਟ ਕੇ ਆਇਆ ਸੀ, ਹੁਣ ਤੇ 5-5 ਹਜ਼ਾਰ ਰੁਪਈਆ ਕੋਲੋਂ ਬਿਊਟੀ ਪਾਰਲਰ ਵਾਲਿਆਂ ਨੂੰ ਦੇ ਕੇ ਮੰਡਵਾ ਰਹੀਆਂ। ਹੁਣ ਇਹਨਾਂ ਨੂੰ ਕੌਣ ਸਮਝਾਏਗਾ? ਇਹ ਗੱਲਾਂ ਅਸੀਂ ਇਤਿਹਾਸ ਵਿੱਚੋਂ ਸਿੱਖਣੀਆਂ ਸੀ। ਉਹਨਾਂ ਮੁਨੀਆਂ ਨੇ ਕਿਹਾ ਕਿ ਅਸੀਂ ਘਰੜ ਕਰਵਾ ਲਿਆ, ਤੇ ਕਬੀਰ ਜੀ ਨੇ ਜਵਾਬ ਦਿੱਤਾ, ਮੂੰਡ ਮੰਡਾਏ ਜੋਗਤ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਜੇ ਸਿਰ ਮੁੰਨਿਆ ਰੱਬ ਮਿਲਦਾ ਹੁੰਦਾ ਤੇ ਭੇਡ ਸਦੀਆਂ ਤੋਂ ਮੁੰਨੀ ਆਉਂਦੀ ਇਹੀ ਹੈ, ਇਹਨੂੰ ਕਦੇ ਦਾ ਰੱਬ ਮਿਲ ਜਾਣਾ ਸੀ। ਇਸ ਕਰਕੇ ਇਹਦੀ ਵੀ ਕੋਈ ਮਹਾਨਤਾ ਨਹੀਂ। ਹੁਣ ਉੱਥੇ ਬ੍ਰਹਮਚਾਰੀ ਬੈਠੇ ਸਨ, ਉਹ ਉੱਠ ਪਏ, ਉਹ ਅੱਗ ਬਗੂਲਾ ਹੋਏ, ਕਹਿੰਦੇ ਕੋਈ ਵੀ ਚੰਗਾ ਨਹੀਂ, ਨਾ ਉਹ ਜੋਗੀ ਚੰਗੇ, ਨਾ ਸੰਨਿਆਸੀ ਚੰਗੇ, ਸਾਡੇ ਵੱਲ ਦੇਖ, ਅਸੀਂ ਬ੍ਰਹਮਚਾਰੀ, ਅਸੀਂ ਕਦੀ ਵਿਆਹ ਹੀ ਨਹੀਂ ਕਰਾਇਆ। ਸਾਡੇ ਵੱਲ ਦੇਖ, ਤੂੰ ਵੀ ਵਿਆਹ ਕਰਾਇਆ ਹੋਏਗਾ, ਬਾਦਸ਼ਾਹ ਨੇ ਕਰਾਇਆ ਹੋਏਗਾ, ਸਾਰਿਆਂ ਨੇ ਕਰਾਇਆ ਹੋਏਗਾ। ਅਸੀਂ ਸੰਸਾਰ ਨੂੰ ਤਲਾਂਜਲੀ ਦੇ ਦਿੱਤੀ, ਅਸੀਂ ਇਸਤਰੀ ਸੁਖ ਤਿਆਗ ਦਿੱਤਾ, ਸਾਡੀ ਵੀ ਮਹਾਨਤਾ ਨਹੀਂ। ਤੇ ਭਗਤ ਕਬੀਰ ਜੀ ਅੱਗੇ ਵੇਖੋ ਤਰਕ ਦਿੰਦੇ ਆਂਦੇ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਵਿਆਹ ਨਾ ਕਰਾਇਆ ਰੱਬ ਮਿਲਦਾ ਹੁੰਦਾ, ਖੁਸਰੇ ਨੂੰ ਕਦੇ ਇਹਦਾ ਮਿਲ ਜਾਣਾ ਸੀ, ਉਹ ਵਿਆਹ ਹੀ ਨਹੀਂ ਕਰਾਉਂਦੇ। ਇਹਦੀ ਕੋਈ ਮਹਾਨਤਾ ਨਹੀਂ। ਹੋਰ ਵੀ ਜੇ ਅੱਗੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ, ਉਹ ਫਰਮਾਨ ਕਰਦੇ, ਜੇਤੋ ਭਵਿਆ ਤੇਤੋ ਲਵਿਆ, ਬਹੁ ਭੀਖ ਕੀਆ, ਦੇਹੀ ਦੁਖ ਦੀਆ, ਸਹੋ ਵੇ ਜੀਆ, ਆਪਣਾ ਕੀਆ, ਅੰਨ ਨਾ ਖਾਇਆ, ਬਹੁ ਸਾਧ ਗਵਾਇਆ। ਹੁਣ ਕਈ ਬੰਦੇ ਕਹਿੰਦੇ ਐ ਵੀ ਬਾਬਾ ਜੀ ਨੂੰ ਅਸੀਂ ਮੰਨਦੇ ਤਾਂ ਉਹ ਅੰਨ ਹੀ ਨਹੀਂ ਖਾਂਦੇ। ਗੁਰੂ ਨਾਨਕ ਸਾਹਿਬ ਪ੍ਰਵਾਨ ਨਹੀਂ ਕਰਦੇ। ਕਹਿੰਦੇ ਜੇ ਕੋਈ ਬੰਦਾ ਅੰਨ ਛੱਡਦਾ, ਛੋੜੈ ਅੰਨ, ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਇਹ ਸਾਰਿਆਂ ਵਾਸਤੇ ਹੀ ਹੈ, ਮਰਦਾਂ ਵਾਸਤੇ ਵੀ, ਔਰਤਾਂ ਵਾਸਤੇ ਵੀ। ਕਹਿੰਦੇ ਅੰਨ ਨਾ ਖਾਇਆ, ਬਹੁ ਸਾਧ ਗਵਾਇਆ, ਦੂਜੇ ਭਾਇਆ, ਬਸਤਰ ਨਾ ਪਹਿਰੇ, ਅਹਨਸ ਕਹਿਰੇ। ਕਹਿੰਦੇ ਜੇ ਕੋਈ ਕੱਪੜੇ ਨਹੀਂ ਨਾ ਪਾਉਂਦਾ, ਉਹ ਰਾਤ ਦਿਨ ਆਪਣੇ ਸਰੀਰ ਤੇ ਕਹਿਰ ਢਾ ਰਿਹਾ, ਇਹਦਾ ਜਵਾਬ ਉਹਨੂੰ ਦੇਣਾ ਪਏਗਾ। ਬਸਤਰ ਨਾ ਪਹਿਰੇ, ਅਹਨਸ ਕਹਿਰੇ, ਮੋਨ ਵਿਗੂਤਾ, ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਉਪੇ ਤਾਣਾ, ਆਪਣਾ ਕੀਆ ਕਮਾਣਾ। ਉਹ ਕਹਿੰਦੇ ਜੇ ਕੋਈ ਬੰਦਾ ਜੋੜਾ ਨਹੀਂ ਨਾ ਪਾਉਂਦਾ, ਇਹਦਾ ਮਤਲਬ ਇਹ ਨਹੀਂ ਵੀ ਉਹ ਰੱਬ ਦੀ ਖੁਸ਼ੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਜੋੜਾ ਤਿਆਗ ਕੇ ਤੁਰਿਆ ਫਿਰਦਾ, ਸਮਝ ਲਓ ਆਪਣੇ ਕੀਤੇ ਪਾਪਾਂ ਦਾ ਫਲ ਭੁਗਤ ਰਿਹਾ। ਇਹ ਕੋਈ ਧਰਮ ਦੀ ਗੱਲ ਨਹੀਂ।
ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ, ਘੁੱਗੂ ਮੱਟ ਵਾਸੀ ਲੱਗੇ ਡੋਲ ਤੋਂ ਉਦਾਸੀ ਫਿਰੇ, ਬੰਦਰਾ ਸਦੀਵ ਨਾਂਗੇ ਪਾਉਂ ਹੀ ਫਿਰਤ ਹੈ। ਕਹਿੰਦੇ ਜੇ ਨੰਗੇ ਪੈਰੀਂ ਰਿਹਾ ਰੱਬ ਮਿਲਦਾ ਹੁੰਦਾ, ਬਾਂਦਰ ਸਾਰੀ ਜ਼ਿੰਦਗੀ ਚੱਪਲਾਂ ਨਹੀਂ ਪਾਉਂਦਾ। ਹੁਣ ਹੋਰ ਹੈਰਾਨੀ ਵਾਲੀ ਗੱਲ ਸੁਣ ਲਓ, ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਸਾਡੇ ਇਤਿਹਾਸ 'ਚ ਉਹਨਾਂ ਨੇ ਵਾੜ ਦਿੱਤੀਆਂ ਵੀ ਇੱਥੇ ਦੇ ਤੁਹਾਡੇ ਮਹਾਂਪੁਰਖ ਵੀ ਪੁੱਠੇ ਲਟਕੇ ਬੰਦਗੀ ਕਰਦੇ ਰਹੇ। ਜ਼ਿਆਦਾਤਰ ਬਾਬੇ ਫਰੀਦ ਨਾਲ ਇਹ ਗੱਲ ਜੁੜੀ ਜਾਂਦੀ। ਪਰ ਬਾਬਾ ਫਰੀਦ ਜੀ ਦੇ ਨਾਲ ਜੇ ਇਨਸਾਫ ਕਰੀਏ, ਉਹਨਾਂ ਦੀ ਬਾਣੀ ਪੜ੍ਹੀਏ ਨਾ, ਉਹ ਜ਼ਿਕਰ ਕਰਦੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੈ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੈ। ਕਹਿੰਦੇ ਜੰਗਲ ਵਿੱਚ ਕੀ ਲੱਭਦਾ ਫਿਰਦਾ, ਰੱਬ ਦੇ ਤੇਰੇ ਹਿਰਦੇ ਵਿੱਚ ਵਸਦਾ। ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਹਿੰਦੇ ਜੰਗਲ ਵਿੱਚ ਕੀ ਕੰਡੇ ਮਿੱਧਦਾ ਫਿਰਦਾ। ਇਹ ਬਾਬਾ ਫਰੀਦ ਜੀ ਦਾ ਫਰਮਾਨ ਹੈ। ਹੁਣ ਇੱਥੇ ਤੁਸੀਂ ਥੋੜਾ ਜਿਹਾ ਟੂਕ ਮਾਤਰ ਜੇ ਆਪਣੀ ਸੋਚ ਤੇ ਪੈਰਾ ਦਿਓਗੇ ਨਾ, ਸਮਝ ਆ ਜਾਏਗੀ। ਹੁਣ ਦੂਜੇ ਪਾਸੇ ਭਾਈ ਗੁਰਦਾਸ ਜੀ ਜਾ ਕੇ ਹਵਾਲਾ ਦਿੰਦੇ, ਕਹਿੰਦੇ ਸਿਰ ਤਲਵਾਇਆ ਜੇ ਮਿਲੇ ਚਮਗਿੱਦੜ ਜੂਹੇ, ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ। ਕਹਿੰਦੇ ਜੇ ਪੁੱਠੇ ਲਟਕਿਆਂ ਰੱਬ ਮਿਲਦਾ ਹੋਵੇ ਤੇ ਚਮਗਿੱਦੜ ਸਦੀਆਂ ਤੋਂ ਪੁੱਠੇ ਲਟਕੇ ਨੇ, ਉਹਨਾਂ ਨੂੰ ਕਦੇ ਇਹਦਾ ਰੱਬ ਮਿਲ ਜਾਣਾ ਸੀ। ਕਹਿੰਦੇ ਮੜੀ ਮਸਾਣੀ ਬੈਠਿਆਂ ਵੀ ਜੇ ਰੱਬ ਮਿਲਦਾ ਹੁੰਦਾ, ਚੂਹੇ ਖੁੱਡਾਂ ਪੁੱਟ ਕੇ ਉੱਥੇ ਬੈਠੇ ਹੈ। ਹੁਣ ਕਈ ਬਾਬੇ ਅਸੀਂ ਮੰਨਦੇ ਆ ਜੜਾਵਾਂ ਵਾਲੇ ਬਾਬੇ, ਆ ਕਈ ਬੰਦੇ ਵੇਖੇ ਚੰਗੇ ਭਲੇ ਬੰਦੇ ਹੁੰਦੇ, ਜੜਾਵਾਂ ਵਾਲੇ ਬਾਬੇ ਨੂੰ ਹੱਥ ਵਿਖਾਉਂਦੇ ਫਿਰਦੇ ਜਾਂ ਮੱਥਾ ਟੇਕਦੇ ਫਿਰਦੇ। ਭਾਈ ਗੁਰਦਾਸ ਜੀ ਕਹਿੰਦੇ ਜੇ ਜੜਾਵਾਂ ਵੱਡੀਆਂ ਕੀਤਿਆਂ ਰੱਬ ਮਿਲਦਾ ਹੁੰਦਾ ਤੇ ਬੋੜ ਨਾਲੋਂ ਵੱਡੀਆਂ ਜਟਾਵਾਂ ਕਿਸੇ ਦੀ ਨਹੀਂ ਹੁੰਦੀਆਂ, ਉਹਨਾਂ ਨੂੰ ਰੱਬ ਮਿਲ ਜਾਣਾ ਸੀ। ਕਹਿੰਦੇ ਜੇ ਚੁੱਪ ਕੀਤਿਆਂ ਰੱਬ ਮਿਲਦਾ ਹੁੰਦਾ, ਕਈ ਜਾਨਵਰ ਐ ਸਦੀਆਂ ਤੋਂ ਚੁੱਪ ਖਲੋਤੇ, ਉਹਨਾਂ ਨੂੰ ਕਦੇ ਦਾ ਰੱਬ ਮਿਲ ਜਾਣਾ ਸੀ। ਜੇ ਮੈਲੇ ਕਚੈਲੇ ਕਈ ਕੱਪੜੇ ਪਾਏ ਹੋਣ ਨਾ, ਕਈਆਂ ਸਵਾਹ ਮਲੀ ਹੁੰਦੀ ਹੈ, ਉਹਨਾਂ ਦੀ ਬੰਦੇ ਪੂਜਾ ਕਰੀ ਜਾਂਦੇ ਆ ਵੀ ਬਾਬਾ ਜੀ ਬੜੇ ਮਹਾਨ ਹੈ, ਇਹ ਤੇ ਕੱਪੜੇ ਮੈਲੇ ਪਾਉਂਦੇ। ਭਾਈ ਗੁਰਦਾਸ ਜੀ ਕਹਿੰਦੇ ਜੇ ਮੈਲ ਵਿੱਚ ਰਿਹਾ ਰੱਬ ਮਿਲਦਾ ਹੁੰਦਾ, ਸੂਰ ਰਹਿੰਦਾ ਹੀ ਚੱਕੜ ਵਿੱਚ, ਉਹਨੂੰ ਕਦੇ ਦਾ ਰੱਬ ਮਿਲ ਜਾਣਾ ਸੀ। ਤਮਾਮ ਉਹਨਾਂ ਗੱਲਾਂ ਦਾ ਭਗਤ ਕਬੀਰ ਜੀ ਨੇ ਵਿਰੋਧ ਕੀਤਾ, ਖੰਡਨ ਕੀਤਾ, ਜਿਹੜੀਆਂ ਉਸ ਵੇਲੇ ਚੱਲਦੀਆਂ ਸਨ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਏ। ਹੁਣ ਭਗਤ ਕਬੀਰ ਜੀ ਨੂੰ ਸੌਖਾ ਨਹੀਂ ਸਾਰਾ ਕੁਝ ਉਹਨਾਂ ਨੇ ਤਨ ਤੇ ਹੰਢਾਇਆ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਮੈਂ ਕਿਸੇ ਮੂਰਤੀ ਨੂੰ, ਕਿਸੇ ਪੀਰ ਪੈਗੰਬਰ ਨੂੰ, ਕਿਸੇ ਨੂੰ ਨਹੀਂ ਮੰਨਦਾ, ਮੈਂ ਇੱਕ ਰੱਬ ਨੂੰ ਮੰਨਦਾ, ਜਿਹੜਾ ਕਿਸੇ ਸਰੀਰ ਵਿੱਚ ਨਹੀਂ ਆਉਂਦਾ, ਜਿਹੜਾ ਕਿਸੇ ਜੋਨੀ ਵਿੱਚ ਨਹੀਂ ਆਉਂਦਾ, ਜਿਹਨੂੰ ਥਾਪਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਸੰਗਲ ਮਾਰ ਕੇ ਇਹਨੂੰ ਹਾਥੀ ਦੇ ਅੱਗੇ ਸੁੱਟ ਦਿਓ। ਉਹਨਾਂ ਨੇ ਜ਼ਿਕਰ ਕੀਤਾ ਹੈ, ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੋਟ ਕੁੰਚਰ ਕੋ ਦੀਨਾ। ਕਹਿੰਦੇ ਸੰਤ ਨੇ ਕੀ ਅਪਰਾਧ ਕੀਤਾ, ਇਹਨੂੰ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਹੈ। ਕਹਿੰਦੇ ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗੈ ਕਾਹੇ ਦੁੱਖ ਮਾਨਿਆ। ਕਹਿੰਦੇ ਮੈਂ ਸਿਰਫ ਇੰਨਾ ਹੀ ਕਿਹਾ ਵੀ ਰੱਬ ਇੱਕ ਹੈ, ਲੋਕਾਂ ਨੇ ਪਤਾ ਨਹੀਂ ਕਿਉਂ ਦੁੱਖ ਮਨਾਇਆ। ਮੈਂ ਕਹਿੰਦਾ ਕਬੀਰ ਜੀ ਦੀ, ਬਾਬਾ ਫਰੀਦ ਜੀ ਦੀ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਲਓ। ਜਿੱਡੇ ਪਿਆਰੇ ਸਿਧਾਂਤ ਉਹਨਾਂ ਨੇ ਸਾਨੂੰ ਦਿੱਤੇ ਹੈ ਨਾ, ਅਸੀਂ ਕਿਸੇ ਵੀ ਛਲਾਵੇ ਵਿੱਚ ਨਹੀਂ ਆ ਸਕਦੇ। ਮੈਂ ਕਹਿੰਦਾ ਥੋੜੀ ਜਿਹੀ ਸੁਣਨ ਦੀ ਆਦਤ ਪਾ ਦਈਏ। ਸੁਣਨ ਦੀ ਆਦਤ ਵੀ ਸਾਨੂੰ, ਕੱਲ ਵੀ ਪ੍ਰਧਾਨ ਜੀ ਹੁਣਾਂ ਦੇ ਘਰ ਬੈਠੇ ਗੱਲ ਕਰ ਰਹੇ ਸਾਂ, ਉਹ ਕਹਿੰਦੇ ਜੇ ਪ੍ਰੋਗਰਾਮ ਲੇਟ ਹੁੰਦਾ ਸੰਗਤ ਨੇ ਫੇਰ ਆਉਣਾ ਸੀ। ਮੈਂ ਕਿਹਾ ਵੇਖੋ ਜਿੰਨੇ ਆਉਣਾ ਉਹਨੇ ਆ ਜਾਣਾ। ਮੈਂ ਕਿਹਾ ਜ਼ਿਆਦਾਤਰ ਸਾਡੇ ਘਰਾਂ ਦਾ ਸੁਭਾਅ ਬਣੇ ਵੀ ਕਈ ਵਾਰੀ ਗਵਾਂਢ ਖੰਡਪੜ ਸਾਹਿਬ ਰੰਮ ਹੁੰਦਾ ਤੇ ਕਈ ਬੰਦੇ ਤਿਆਰ ਹੋ ਕੇ ਘਰੇ ਬੈਠੇ ਰਹਿੰਦੇ ਵੀ ਜਦੋਂ ਦੋ ਬਾਬੇ ਪੜ੍ਹ ਕੇ ਠੰਡੇ ਪੈ ਜਾਣਗੇ ਨਾ, ਉਦੋਂ ਹੌਲੀ ਜਾ ਕੇ ਅਰਦਾਸ ਵਿੱਚ ਲੱਗ ਜਾਵਾਂਗੇ, ਪ੍ਰਸ਼ਾਦ ਲੈ ਕੇ ਘਰ ਆ ਕੇ ਮੁੜ ਕੇ ਲੇਟੇ ਮਾਰਾਂਗੇ। ਪਹਿਲੋਂ ਗਏ, ਪਹਿਲੋਂ ਜਾ ਕੇ ਬਹਿਣਾ ਪਏਗਾ। ਬੈਠੇ ਤੇ ਗੁਰੂ ਤੇਗ ਬਹਾਦਰ ਦੇ ਸ਼ਲੋਕ ਸੁਣਨੇ ਪੈਣਗੇ। ਜੇ ਸ਼ਲੋਕ ਸੁਣਨੇ ਪਏ ਤਾਂ ਫਿਰ ਦੁੱਧ 'ਚ ਪਾਣੀ ਪਾ ਕੇ ਕਿੱਦਾਂ ਵੇਚਾਂਗੇ, ਫਿਰ ਲੋਕਾਂ ਨੂੰ ਮਿਲਾਵਟ ਵਾਲਾ ਸਮਾਨ ਕਿੱਦਾਂ ਵੇਚਾਂਗੇ, ਫਿਰ ਗਵਾਂਢੀਆਂ ਦੀਆਂ ਵੱਟਾਂ ਕਿਵੇਂ ਵੱਢਾਂਗੇ, ਫਿਰ ਤੇ ਬੇਈਮਾਨੀ ਖਤਮ ਹੋ ਜਾਏਗੀ ਨਾ। ਸੋ ਇਸ ਕਰਕੇ ਇਹ ਬੇਈਮਾਨੀ ਦਾ ਧੰਦਾ ਜਿਹੜੇ ਮਨੁੱਖ ਦੇ ਹਿਰਦੇ ਵਿੱਚ, ਮਾਫ ਕਰਨਾ, ਬੇਈਮਾਨੀ ਹੈ ਨਾ, ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ। ਕਹਿੰਦੇ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਕਹਿੰਦੇ ਜਿਹੜੇ ਬੰਦਿਆਂ ਦੇ ਅੰਦਰ ਕਠੋਰਤਾ ਹੈ ਨਾ, ਉਹ ਗੁਰੂ ਕੋਲ ਨਹੀਂ ਬਹਿ ਸਕਦੇ। ਸੋ ਇਸ ਕਰਕੇ ਅਸੀਂ ਕਠੋਰਤਾ ਲੈ ਕੇ ਮਨ ਦੇ ਵਿੱਚ ਘਰੇ ਹੀ ਤਿਆਰ ਹੋ ਕੇ ਬੈਠੇ ਰਹਿੰਦੇ ਆ ਵੀ ਉਦੋਂ ਹੀ ਜਾਵਾਂਗੇ ਜਦੋਂ ਭੋਗ ਪੈਣ ਵਾਲਾ ਹੋਏਗਾ। ਇਹ ਥੋੜਾ ਜਿਹਾ ਰੁਝਾਨ ਸੁਣਨ ਦਾ ਬਣਾਈਏ। ਅੱਗੇ ਜਾ ਕੇ ਉਹਨਾਂ ਨੇ ਫਿਰ ਸੰਦੇਸ਼ ਕਲੀਅਰ ਕੱਟ ਗੱਲ ਕਰ ਦਿੱਤੀ। ਕਹਿੰਦੇ ਦੇਖੋ ਸਾਰੇ ਪਖੰਡ, ਸਾਰੇ ਵਹਿਮ ਭਰਮ ਤਿਆਗ ਕੇ ਇੱਕ ਨਿਰੰਕਾਰ ਦੀ ਆਰਾਧਨਾ ਕਰੋ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ,
ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਅੱਗੇ ਜਾ ਕੇ ਹੋਰ ਗੂੜਾ ਕਰ ਦਿੱਤਾ, ਕਹਿੰਦੇ ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਂਸਾ। ਕਹਿੰਦੇ ਜਿਹਦਾ ਇੱਕ ਪ੍ਰਭੂ ਤੇ ਵਿਸ਼ਵਾਸ ਆ ਜਾਏ ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਸਿੱਖ ਨੇ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਨੇ ਇੱਕੇ ਹੀ ਗੱਲ ਤੇ ਜ਼ੋਰ ਦੇ ਕੇ ਰੱਖਿਆ ਵੀ ਭਲਿਓ ਰੱਬ ਇੱਕ ਹੈ। ਗੁਰੂ ਗੋਬਿੰਦ ਸਿੰਘ ਜੀ ਫਿਰ ਲਾਸਟ ਵਿੱਚ ਜਾ ਕੇ ਗੱਲ ਕਰਦੇ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਤੇ ਪਰਚਾ ਸ਼ਬਦ ਕਾ। ਇਹ ਤਿੰਨ ਚੀਜ਼ਾਂ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਤਿੰਨ ਹੁਕਮ ਉਹਨਾਂ ਨੇ ਜਾਰੀ ਕੀਤੇ ਸਨ। ਹੁਣ ਆਪਾਂ ਝਾਤੀ ਮਾਰ ਕੇ ਦੇਖੀਏ, ਅਸੀਂ ਪੂਜਾ ਅਕਾਲ ਦੀ ਕਰਨੀ ਹੈ ਕਿ ਜਾਂ ਮੜੀਆਂ ਮਸਾਣਾਂ ਦੀ, ਕਬਰਾਂ ਦੀ, ਜਠੇਰਿਆਂ ਦੀ, ਗੁੱਗਿਆਂ ਦੀ। ਮੈਂ ਤੇ ਕਹਿੰਦਾ ਸਾਡੇ ਅਕੀਦੇ ਨਾ ਅੱਜ ਵੀ ਬੜੇ ਡਿੱਗੇ। ਉਨੀਆਂ ਅਸੀਂ ਘਰ ਦੇ ਵਿੱਚ ਨਾਰੀਅਲ ਘਰ ਭਾਵੇਂ ਕੋਈ ਬੰਦਾ ਖਾਣ ਵਾਸਤੇ ਲਿਆਵੇ ਜਾਂ ਨਾ ਲਿਆਵੇ, ਇਹ ਟੂਣੇ ਵਾਸਤੇ ਜ਼ਿਆਦਾ ਵਰਤਿਆ ਜਾਂਦਾ। ਕਈ ਬੰਦੇ ਤੇ ਦੇਖੇ ਇਹ ਨਾਰੀਅਲ ਰੋੜ ਕੇ ਨਾ ਉਹ ਆਪਣਾ ਸਮਝਦੇ ਵੀ ਸਾਡਾ ਦਲਿੱਦਰ ਰੁੜ ਗਏ। ਅੱਜ ਵੀ ਮੈਂ ਕਹਿੰਦਾ ਵੀ ਆਦੀ ਮਾਨਵ ਉਦੋਂ ਡਰਿਆ ਸੀ, ਅੱਜ ਵੀ ਮਨੁੱਖ ਡਰੇ ਹੈ। ਅੱਜ ਵੀ ਕਈ ਵਾਰੀ ਕਈ ਬੰਦੇ ਹੱਥ ਵਿਖਾਉਣ ਜਾਂਦੇ ਆ, ਵੇਖੋ ਮੇਰੀਆਂ ਰੇਖਾ ਕੀ ਬੋਲਦੀਆਂ। ਕਈ ਬੰਦੇ ਦੇਖੇ ਅਖਬਾਰ ਫੜ ਕੇ ਬੈਠੇ ਹੁੰਦੇ ਆ, ਰਾਸ਼ੀ ਪੜ੍ਹ ਰਹੇ ਹੁੰਦੇ ਵੀ ਰਾਸ਼ੀ ਪੜ੍ਹਿਆ ਪਤਾ ਲੱਗੇਗਾ ਵੀ ਤੂੰ ਕੀ ਕਰਨਾ ਹੈ, ਤੈਨੂੰ ਨਿਰੰਕਾਰ ਤੇ ਭਰੋਸਾ ਨਹੀਂ। ਜੇ ਰਾਸ਼ੀ ਦੀ ਗੱਲ ਕਰ ਲਈਏ, ਰਾਰੇ ਤੇ ਰਾਮ ਹੈ, ਰਾਰੇ ਤੇ ਰਾਵਣ ਹੈ, ਇੱਕ ਦੇ ਪੁਤਲੇ ਫੂਕੇ ਜਾਂਦੇ ਆ, ਇੱਕ ਦੀ ਪੂਜਾ ਹੁੰਦੀ ਹੈ। ਕੱਕੇ ਤੇ ਕੰਸ ਹੈ, ਕੱਕੇ ਤੇ ਕ੍ਰਿਸ਼ਨ ਹੈ, ਇੱਕ ਦੀ ਪੂਜਾ ਕੀਤੀ ਜਾਂਦੀ ਹੈ, ਇੱਕ ਨੂੰ ਲੋਕ ਗਾਲਾਂ ਕੱਢਦੇ ਆ। ਇਸੇ ਤਰ੍ਹਾਂ ਹੀ ਕੋਈ ਮੰਮੇ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ, ਤੇ ਇਸੇ ਤਰ੍ਹਾਂ ਮੰਮੇ ਤੇ ਮਨਮੋਹਨ ਸਿੰਘ ਲੋਕਾਂ ਦੀਆਂ ਨਾਲੀਆਂ ਸਾਫ਼ ਕਰਦਾ ਫਿਰਦਾ। ਰਾਸ਼ੀ ਦੋਵਾਂ ਦੀ ਇੱਕੋ ਹੈ। ਇਸ ਕਰਕੇ ਇਹ ਵੀ ਕੋਰਾ ਪਖੰਡ ਹੈ। ਕਈ ਬੰਦੇ ਦੇਖੇ ਗਲ ਵਿੱਚ ਕਿਰਪਾਨ ਪਾਈ ਹੁੰਦੀ ਹੈ, ਉਹ ਨਗ ਵਾਲੀ ਛਾਪ ਲੈ ਕੇ ਪਾਉਂਦੇ ਆ ਵੀ ਇਹ ਸ਼ਾਇਦ ਨਗ ਵਾਲੀ ਛਾਪ ਨਾਲ ਕਿਰਪਾ ਹੋ ਜਾਏਗੀ। ਮੈਂ ਕਹਿੰਦਾ ਕੀਦਿਆਂ ਦੀ ਗੱਲ ਕਰ ਰਹੇ ਵੀ ਜਿਹੜੇ ਬੰਦੇ ਨੂੰ ਵਿਸ਼ਵਾਸ ਆ ਗਿਆ ਵੀ ਰੱਬ ਇੱਕ ਹੈ, ਉਹੋ ਹੀ ਸਾਰਾ ਕੁਝ ਕਰਦਾ, ਹੋਰ ਕਿਸੇ ਪਾਸੇ ਨਹੀਂ ਜੇ ਜਾਂਦਾ। ਹੁਣ ਕਈ ਬੰਦੇ ਦੇਖੇ ਨਾਰੀਅਲ ਖਾਣ ਵਾਸਤੇ ਨਹੀਂ ਲਿਆਉਂਦੇ, ਉਹ ਰੋੜਦੇ ਆ। ਇੱਕ ਬੰਦਾ ਪਿੱਛੇ ਜੇ ਘਟਨਾ ਸਾਂਝੀ ਕਰਦੇ, ਉਹਨੇ ਨਾਰੀਅਲ ਲਿਆ, ਉਹ ਪੰਡਤ ਜੀ ਕੋਲ ਗਿਆ ਵੀ ਪੰਡਤ ਜੀ ਕਿਰਪਾ ਕਰੋ, ਕੋਈ ਉਪਾਅ ਦੱਸੋ, ਕਿਰਪਾ ਰੁਕੀ ਹੈ। ਉਹ ਕਹਿੰਦਾ ਕਿਰਪਾ ਹੋ ਜਾਏਗੀ, ਨਾਰੀਅਲ ਰੋੜ। ਉਹ ਚੱਲਿਆ ਸੀ ਬੈਂਕ, ਉਹਨੇ 5 ਲੱਖ ਰੁਪਈਆ ਵੀ ਨਾਲ ਲੈ ਲਿਆ ਤੇ ਨਾਰੀਅਲ ਵੀ ਲਵੇਟ ਲਿਆ। ਉਹ ਜਾਂਦਾ ਹੋਇਆ ਆਪਣੀ ਵੱਲੋਂ ਨਾਰੀਅਲ ਰੋੜ ਕੇ ਬੈਂਕ ਵਿੱਚ ਚਲਿਆ ਗਿਆ। ਜਦੋਂ ਉਹ ਕੈਸ਼ ਕਾਊਂਟਰ ਤੇ ਜਾ ਕੇ ਉਹਨੇ ਕੱਪੜਾ ਖੋਲਿਆ, ਦੇ ਵਿੱਚੋਂ ਨਾਰੀਅਲ ਨਿਕਲ ਆਇਆ। ਉਹ ਕੈਸ਼ੀਅਰ ਕਹਿੰਦਾ ਵੀ ਨਾਰੀਅਲ ਤੇ ਇੱਥੇ ਜਮਾ ਨਹੀਂ ਹੁੰਦੇ। ਉਹ ਕਹਿੰਦਾ ਪੰਡਤ ਦਾ ਵੇੜਾ ਬਹਿ ਗਿਆ, ਕਹਿੰਦਾ ਉਹ ਕਿਰਪਾ ਹੋ ਜਾਏਗੀ, ਨਾਰੀਅਲ ਰੋੜ, ਮੈਂ ਤੇ 5 ਲੱਖ ਰੁਪਈਆ ਰੋੜ ਆਇਆ। ਕਹਿੰਦਾ ਕਿਰਪਾ ਤੇ ਮੇਰੀ ਉੱਥੇ ਹੀ ਰੋਗੀ, ਮੇਰਾ ਤੇ ਹੋਰ ਬੇੜਾ ਗਰਕ ਹੋ ਗਏ। ਇਹ ਵਹਿਮ ਅੱਜ ਵੀ ਉਹੋ ਹੀ ਨਾਰੀਅਲ ਪ੍ਰਵਾਸੀ ਮਜ਼ਦੂਰ ਸੂਇਆਂ ਤੇ, ਨਦੀਆਂ ਤੇ, ਉਹ ਕੰਢਿਆਂ ਤੇ ਬੈਠੇ ਰਹਿੰਦੇ ਆ। ਜਦੋਂ ਨਾਰੀਅਲ ਆਉਂਦਾ ਘੇਰ ਕੇ ਉਹਨੂੰ ਭੰਨ ਕੇ ਉਹ ਗਿਰੀਆਂ ਬੱਸ 'ਚ ਸਾਨੂੰ ਵੇਚ ਜਾਂਦੇ, ਉਹ ਗਿਰੀਆਂ ਅਸੀਂ ਖਾ ਲੈਂਦੇ, ਫਿਰ ਦਲਿੱਦਰ ਤੇ ਫੇਰ ਸਾਡੇ ਗਲ ਪੈ ਗਿਆ। ਪਰ ਸਾਡਾ ਵਹਿਮ ਇਹ, ਮੈਂ ਕਹਿੰਦਾ ਨਿੰਬੂ ਮਿਰਚਾਂ ਟੁੱਟੀ ਜੁੱਤੀ, ਇਹਦੇ ਤੇ ਕੀਦੇ ਸਾਡੇ ਅਜੇ ਵੀ ਟਿਕੇ। ਕਈ ਬੰਦੇ ਦੇਖੇ 50-60 ਲੱਖ ਰੁਪਈਆ ਲਾ ਕੇ ਉਹਨਾਂ ਨੇ ਮਕਾਨ ਛੱਤਿਆ ਹੁੰਦਾ, ਬੁਰਜੀ ਤੇ ਟੁੱਟੀ ਜੁੱਤੀ ਟੰਗੀ ਹੁੰਦੀ ਹੈ। ਉਹ ਇੱਕ ਸੱਜਣ ਨੂੰ ਪੁੱਛਿਆ, ਮੈਂ ਕਿਹਾ ਇਹ ਕੋ ਟੰਗੀ ਹੈ? ਕਹਿੰਦਾ ਗਿਆਨੀ ਜੀ ਨਜ਼ਰ ਲੱਗ ਜਾਂਦੀ ਹੈ ਨਾ, ਰੱਖਿਆ ਵਾਸਤੇ ਟੰਗੀ ਹੈ। ਉਹ ਮੈਂ ਕਿਹਾ ਸੱਜਣਾ, ਗੁਰਬਾਣੀ 'ਚ ਤੂੰ ਪੜ੍ਹਨਾ ਹੈ, ਰਾਖਾ ਏਕ ਹਮਾਰਾ ਸੁਆਮੀ ਸਕਲ ਘਟਾ ਕਾ ਅੰਤਰਜਾਮੀ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆਂ ਵੀ ਰੱਖਿਆ ਕਰਨ ਵਾਲਾ ਨਿਰੰਕਾਰ ਹੈ, ਤੇ ਤੈਨੂੰ ਲੱਗਦਾ ਵੀ ਇਹ ਟੁੱਟੀ ਜੁੱਤੀ ਰੱਖਿਆ ਕਰੇਗੀ? ਮੈਂ ਕਿਹਾ ਇਹ ਕੀ ਕਰਦੀ ਹੈ? ਇਹ ਕਹਿੰਦਾ ਨਜ਼ਰਾਂ ਤੋਂ ਬਚਾਉਂਦੀ ਹੈ। ਮੈਂ ਕਿਹਾ ਮਕਾਨ ਬਣਾਇਆ ਤੂੰ, ਕਮਾਈ ਕੀਤੀ ਤੂੰ, ਤੇ ਨਜ਼ਰ ਵੀ ਤੈਨੂੰ ਲੱਗਣੀ। ਇੱਕ ਜੁੱਤੀ ਆਪਣੇ ਗਲ 'ਚ ਵੀ ਪਾ ਛੱਡ, ਤੈਨੂੰ ਨਜ਼ਰ ਨਾ ਲੱਗ ਜੇ। ਕਿਉਂਕਿ ਜੇ ਵਾਕਿਆ ਹੀ ਟੁੱਟੀ ਜੁੱਤੀ ਰੱਖਿਆ ਕਰਦੀ ਹੈ, ਬਾਰਡਰ ਤੇ ਇੰਨੀ ਸਿਕਿਉਰਿਟੀ ਦੀ ਕੀ ਲੋੜ ਹੈ? ਉੱਥੇ ਐਡੀਆਂ ਤੋਪਾਂ ਲਾਈਆਂ ਐ, ਨੌਜਵਾਨ ਖਲੋਤੇ ਗੋਲੀਆਂ ਖਾਂਦੇ ਐ, ਉਹ ਸਾਰੇ ਹਟਾ ਕੇ ਘਰਾਂ ਨੂੰ ਘੁਲਾ ਕੇ ਉੱਥੇ ਟੁੱਟੀਆਂ ਜੁੱਤੀਆਂ ਟੰਗ ਦਿਓ, ਆਪੇ ਰੱਖਿਆ ਹੋ ਜਾਣੀ। ਪਰ ਸਾਡੇ ਵਹਿ ਵੇਖੋ, ਸਾਡੇ ਕੀਦੇ ਕਿੱਥੇ ਟਿਕੇ। ਕਈ ਬੰਦੇ ਦੇਖੇ ਐ, ਉਹ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ ਤੇ ਸ਼ਨੀਵਾਰ ਵਾਲੇ ਦਿਨ ਉਹਨਾਂ ਨੇ ਨਿੰਬੂ ਮਿਰਚਾਂ ਦੁਕਾਨ ਤੇ ਟੰਗੀਆਂ ਹੁੰਦੀਆਂ। ਮੈਂ ਫਿਰ ਪੁੱਛਿਆ ਇੱਕ ਸੱਜਣ ਨੂੰ, ਮੈਂ ਕਿਹਾ ਇਹ ਕਿਉਂ ਟੰਗੀਆਂ? ਕਹਿੰਦਾ ਗਿਆਨੀ ਜੀ ਇਹ ਨਜ਼ਰ ਤੋਂ ਬਚਾਉਂਦੀਆਂ। ਮੈਂ ਕਿਹਾ ਅਸੀਂ ਮਿਰਚਾਂ ਵੀ ਲਾ ਕੇ ਵੇਖੀਆਂ, ਮੰਡੀ 'ਚ ਰੁਲ ਜਾਂਦੀਆਂ ਐ। ਨਿੰਬੂ ਦੇ ਵਪਾਰੀ ਅੱਜ ਵੀ ਦਵਾਈਆਂ ਦਿੰਦੇ, ਉਹਨਾਂ ਨੂੰ ਕਿਹਦੀ ਨਜ਼ਰ ਲੱਗ ਜਾਂਦੀ ਹੈ?
ਜੇ ਨਿੰਬੂ ਤੇ ਮਿਰਚਾਂ ਨਜ਼ਰ ਚੁੱਕਦੀਆਂ ਐ, ਫਿਰ ਮਿਰਚਾਂ ਵਾਲੇ ਨੂੰ ਤੇ ਘਾਟਾ ਪੈਣਾ ਨਹੀਂ ਚਾਹੀਦਾ, ਉਹਦੇ ਰੋਂਦੇ ਫਿਰਦੇ ਉਹਦੇ ਧਰਨਿਆਂ 'ਚ ਬੈਠੇ ਜਾ ਕੇ। ਜਿਹੜੇ ਨਿੰਬੂਆਂ ਦੇ ਵਪਾਰੀ ਆ ਉਹ ਰੋਂਦੇ, ਨਿੰਬੂ ਮੰਡੀਆਂ 'ਚ ਗਲ ਜਾਂਦੇ, ਕਈ 2 ਰੁਪਏ ਕਿਲੋ ਨਹੀਂ ਵਿਕਦੇ। ਉਹ ਮੈਂ ਕਿਹਾ ਖਾਣ ਪੀਣ ਵਾਲੀਆਂ ਚੀਜ਼ਾਂ ਆਪਣੇ ਥੋੜੇ ਜਿਹੇ ਕੀਦੇ ਵੱਡੇ ਕਰੋ। ਤੁਹਾਡੇ ਕੀਦੇ ਉਹਨਾਂ ਨੇ ਨਿਰੰਕਾਰ ਤੇ ਟਿਕਾਏ ਸੀ। ਉਹ ਸੱਜਣਾ, ਨਿਰੰਕਾਰ ਤੋਂ ਛੁੱਟ ਕਿਸੇ ਹੋਰ ਨੂੰ ਨਾ ਮੰਨੀ। ਉਹਨਾਂ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗੈ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਦੋਂ ਸਿੱਖ ਛੱਡ ਕੇ ਕਿਰਾਏ ਪੈ ਜਾਏਗਾ, ਮੈਂ ਇਹਦੇ ਤੇ ਵਿਸ਼ਵਾਸ ਨਹੀਂ ਕਰਾਂਗਾ। ਉਹਨਾਂ ਨੇ ਰਹਿਤ ਨੂੰ ਪਹਿਲੋਂ ਪ੍ਰਪੱਕ ਕੀਤਾ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਸੱਚੇ ਪਾਤਸ਼ਾਹ ਤੂੰ ਇੱਕ ਦਾਤੇ ਦੀ ਗੱਲ ਕਰ ਦਿੱਤੀ, ਅਸੀਂ ਪੱਲੇ ਬੰਨ ਲਈਏ, ਅਸੀਂ ਇੱਕ ਦਾਤੇ ਤੋਂ ਸਿਵਾਏ ਇਹ ਸਿਰ ਲੱਥ ਤੇ ਜਾਏਗਾ, ਪਰ ਇੱਕ ਤੇਰੇ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ ਝੁਕੇਗਾ। ਇਹ ਪ੍ਰਾਣ ਲੈ ਕੇ ਆਪਾਂ ਜਾਣਾ ਹੈ, ਕਿਉਂਕਿ ਬੜਾ ਜਿਹੜਾ ਸਾਡੇ ਸਮਾਜ ਦੇ ਵਿੱਚ ਗਿਰਾਵਟ ਆ ਚੁੱਕੀ ਹੈ। ਕੋਈ ਡਰਾਉਣ ਵਾਲਾ ਬੰਦਾ ਆ ਜਾਏ, ਇੱਥੇ ਛੱਪੜ ਦਾ ਪਾਣੀ ਵੇਚ ਜਾਂਦਾ ਹੈ ਕੋਈ ਬੰਦਾ। ਇੱਕ ਹੋਰ ਘਟਨਾ ਮੈਂ ਸਾਂਝੀ ਕਰਦੇ ਹਾਂ। ਇੱਕ ਬਾਬਾ ਯੂਪੀ ਦੀ ਧਰਤੀ ਤੇ ਆਇਆ। ਕਈ ਬੰਦੇ ਜਿਨ੍ਹਾਂ ਨੇ ਕਦੀ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਨਾ ਕੀਤੇ, ਉਹ ਵੀ ਉਸ ਬਾਬੇ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਉਹ ਕਹਿੰਦੇ ਵੀ ਉਹ ਬਾਬਾ ਕਸ਼ਟ ਨਿਵਾਰ ਦਿੰਦਾ ਹੈ ਤੇ ਨਿੰਮ ਵਿੱਚੋਂ ਅੰਮ੍ਰਿਤ ਚਵਾ ਦਿੰਦਾ ਹੈ। ਉਹ ਸੱਚੀਓ ਜਦੋਂ ਬਾਬੇ ਕੋਲ ਲੋਕਾਂ ਨੇ ਜਾਣਾ, ਨਿੰਮ ਵਿੱਚੋਂ ਮਿੱਠਾ ਪਾਣੀ ਡਿੱਗਣਾ। ਸਾਰੇ ਗੁਰਬਾਣੀ ਨੂੰ ਕਹਿੰਦੇ ਵੀ ਗੁਰਬਾਣੀ ਤੇ ਚਲੋ ਹੈਗੀ ਹੈ, ਪਰ ਜਿਹੜਾ ਬਾਬਾ ਕੋ ਕਰਾਮਾਤ ਕਰਦੇ ਉਹ ਮਹਾਨ ਹੈ, ਉਹਦੀ ਪੂਜਾ ਅਸੀਂ ਸਭ ਤੋਂ ਪਹਿਲਾਂ ਕਰਦੇ ਹਾਂ। ਉਹ ਜਿਹੜਾ ਵੀ ਜਾਵੇ ਕਵੇ ਉੱਥੇ ਮਿੱਠਾ ਪਾਣੀ ਹੈ। ਸਾਰੇ ਕਹਿੰਦੇ ਨਿੰਮ ਕੌੜੀ ਹੈ, ਉਹਦੇ ਵਿੱਚੋਂ ਕੋਈ ਮਿੱਠਾ ਪਾਣੀ ਚਵਾ ਦੇ, ਕੁਦਰਤ ਤੋਂ ਉਲਟ ਹੈ। ਤੇ ਤਰਕਸ਼ੀਲ ਸੁਸਾਇਟੀਆਂ, ਕਾਮਰੇਡ ਪਾਰਟੀਆਂ, ਸਾਰੇ ਜਾਣੇ ਇਕੱਠੇ ਹੋਏ, ਕਹਿੰਦੇ ਚਲੋ ਸਰਵੇਖਣ ਕਰਕੇ ਆਈਏ ਵੀ ਉੱਥੇ ਹੈ ਕੀ ਹੈ। ਜਦੋਂ ਉਹ ਸਰਵੇਖਣ ਕਰਨ ਵਾਸਤੇ ਬਾਬੇ ਨੂੰ ਪਤਾ ਲੱਗਾ ਆ ਰਹੇ, ਤੇ ਬਾਬਾ ਰਾਤੋਂ ਰਾਤ ਰਫੂ ਚੱਕਰ ਹੋ ਗਿਆ, 2 ਕਰੋੜ ਰੁਪਈਆ ਲੈ ਗਿਆ। ਉਹ ਜਿਹੜੇ ਆਸਣ ਤੇ ਬਾਬਾ ਬਹਿੰਦਾ ਸੀ, ਉਹਨਾਂ ਜਾ ਕੇ ਆਸਣ ਫੋਲਿਆ। ਆਸਣ ਦੇ ਥੱਲਿਓਂ ਟਰੱਕ ਦੀ ਟੂਪ ਨਿਕਲੀ, ਜਿੱਥੇ ਵਾਲ ਹੁੰਦਾ ਹੈ, ਵਾਲ ਲਾ ਕੇ ਬਾਬੇ ਨੇ ਪੈਪ ਦੇ ਨਾਲ ਸਾਰੀ ਸਪਲਾਈ ਨਿੰਮ ਨੂੰ ਦਿੱਤੀ ਸੀ। ਬਾਬਾ ਥੋੜੀ ਜਿਹੀ ਬੁੜਕੜੀ ਮਾਰਦਾ ਸੀ, ਵਿੱਟੂ ਤੋਂ ਮਿੱਠਾ ਪਾਣੀ ਥੱਲੇ ਡਿੱਗਦਾ ਸੀ। ਇਹ ਸਾਰੇ ਸਿਸਟਮ ਦੇ ਨਾਲ ਉਹਨੇ ਲੋਕਾਂ ਨੂੰ ਬੁੱਧੂ ਬਣਾਇਆ। ਔਰ ਜਿਹੜੇ ਬੰਦੇ ਕੀਦੇ ਵਾਲੇ ਸੀ ਉਹ ਤਾਂ ਨਹੀਂ ਗਏ, ਤੇ ਜਿਹੜੇ ਨਹੀਂ ਮੰਨਣ ਵਾਲੇ ਉਹ ਡੋਲ ਗਏ। ਸੋ ਇਸ ਕਰਕੇ ਅਸੀਂ ਇਹ ਪ੍ਰਣ ਕਰਨਾ ਹੈ ਵੀ ਸੱਚੇ ਪਾਤਸ਼ਾਹ ਨਿਜ ਉਂਗਲੀ ਤੇ ਦੁੱਧ ਚਵਾਵੇ, ਆਪ ਕੋ ਗੁਰੂ ਕਹਾਵੇ, ਹੋਵੇ ਸਿੱਖ ਸੋ ਮਾਨੇ ਨਹੀਂ, ਬਚਨ ਮੋਰ ਰੱਖੋ ਮਨ ਮਾਹੀ। ਕਹਿੰਦੇ ਜਿਹੜਾ ਸਿੱਖ ਹੋਏਗਾ ਉਹ ਕਦੀ ਵੀ ਕਿਸੇ ਹੋਰ ਤਾਕਤ ਨੂੰ ਨਹੀਂ ਮੰਨੇਗਾ। ਨਿਰੰਕਾਰ ਤੋਂ ਛੁੱਟ ਕੋਈ ਵੀ ਤਾਕਤ ਜਿਹੜੀ ਹੋਰ ਦੁਨੀਆ ਤੇ ਨਹੀਂ ਹੈ। ਇਸ ਕਰਕੇ ਆਪਾਂ ਅੱਜ ਪ੍ਰਣ ਕਰਨਾ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਗੁਰਮਤਿ ਵਿਚਾਰਾਂ ਕਰਦਿਆਂ, ਫਲਸਫੇ ਦੀ ਗੱਲ ਕਰਦਿਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ। ਗੁਰੂ ਸਾਹਿਬ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਈ ਹੋਈ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਚਰਨਜੀਤ ਸਿੰਘ ਕਾਲੇਵਾਲ, ਜਿਨ੍ਹਾਂ ਨੇ ਸਮੂਹ ਹਲਕਾ ਖਰੜ ਦੇ ਵਿੱਚ ਇਹ ਨਿਸ਼ਚਾ ਕੀਤਾ ਹੈ ਕਿ ਪਿੰਡ ਪਿੰਡ, ਘਰ ਘਰ ਜਾ ਕੇ ਜਿਹੜਾ ਗੁਰਮਤ ਦਾ ਪ੍ਰਚਾਰ ਕੀਤਾ ਜਾਏ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਅੰਦਰ ਧਰਮਸ਼ਾਲ ਤਹਿ ਤੇ ਪ੍ਰੋਗਰਾਮ ਲਿਖੇ ਗਏ ਸਨ। ਸੋ ਇਹਨਾਂ ਨੂੰ ਸਿਰੇ ਜਿਹੜਾ ਹੈ ਸਹਿਯੋਗ ਨਾਲ ਹੀ ਚਾੜਿਆ ਜਾ ਸਕਦਾ ਹੈ। ਸੋ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ। ਪ੍ਰਬੰਧਕ ਕਮੇਟੀਆਂ ਦੇ ਨਾਲ ਆਪ ਰਾਬਤਾ ਕਾਇਮ ਕਰਕੇ ਪ੍ਰੋਗਰਾਮ ਲਿਖਦੇ ਹੈ। ਅਸੀਂ ਇੱਕ ਹੋਰ ਜਿਹੜਾ ਪ੍ਰਣ ਲਿਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਵਸਣ ਵਾਲੇ ਲੋਕ ਹੈ, ਜਿਹੜੇ ਅੰਮ੍ਰਿਤ ਤੋਂ, ਗੁਰ ਸਿਧਾਂਤ ਤੋਂ ਵਾਂਝੇ ਹੈ, ਜਾਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਦੀ ਇੱਕ ਲਿਸਟ ਬਣਾਈ ਜਾਏ। ਉਸ ਲਿਸਟ ਤਹਿਤ ਆਉਣ ਵਾਲੀ ਵਿਸਾਖੀ ਨੂੰ ਹੋ ਸਕਦਾ ਅਸੀਂ ਕੋਈ ਪ੍ਰੋਗਰਾਮ ਲਿਖੀਏ ਜਿੱਥੇ ਅੰਮ੍ਰਿਤ ਸੰਚਾਰ ਕੀਤਾ ਜਾਏ। ਕਿਉਂਕਿ ਜਿਹੜੇ ਵੀ ਅੰਮ੍ਰਿਤ ਛਕਣ ਦੇ ਅਭਿਲਾਖੀ ਹੋਣ, ਚਾਹਵਾਨ ਹੋਣ, ਉਹ ਸਾਡੇ ਕੋਲੋਂ ਨਾਮ ਦਰਜ ਕਰਵਾ ਜਾਣ। ਕਿਉਂਕਿ ਅਸੀਂ ਨਾਲ ਡਾਇਰੀ ਲੈ ਕੇ ਆਏ ਹਾਂ। ਸਮੂਹ ਹਲਕਾ ਖਰੜ ਦੇ ਵਿੱਚ ਜਿੰਨੇ ਵੀ ਅੰਮ੍ਰਿਤ ਅਭਿਲਾਖੀ ਹੈ, ਉਹਨਾਂ ਦੀ ਲਿਸਟ ਤਿਆਰ ਕਰਕੇ ਜਿਹੜਾ ਵੱਡੇ ਪੱਧਰ ਤੇ ਇੱਕ ਅੰਮ੍ਰਿਤ ਸੰਚਾਰ ਕੀਤਾ ਜਾਏਗਾ। ਕਿਉਂਕਿ ਸਰਦਾਰ ਚਰਨਜੀਤ ਸਿੰਘ ਕਾਲੇਵਾਲ ਦਾ ਮੇਨ ਇਹਨਾਂ ਦਾ ਸਹਿਯੋਗ ਹੈ ਕਿ ਅੰਮ੍ਰਿਤ ਸੰਚਾਰ ਵਾਸਤੇ 5 ਪਿਆਰੇ ਕਕਾਰਾਂ ਦਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾ ਕੇ ਦੇਣਗੇ। ਸੋ ਸਾਰਿਆਂ ਨੇ ਜਿਹੜਾ ਆਪਣਾ ਨਾਮ ਦਰਜ ਕਰਵਾਉਣਾ ਹੈ। ਦੂਸਰੀ ਬੇਨਤੀ ਇਹ ਹੈ, ਕਿਉਂਕਿ ਘਰ ਘਰ ਅੰਦਰ ਧਰਮਸ਼ਾਲ ਤਹਿਤ ਗੁਰਮਤਿ ਲਿਟਰੇਚਰ ਵੀ ਦਿੱਤਾ ਜਾਂਦਾ ਹੈ, ਧਾਰਮਿਕ ਸਾਹਿਤ, ਇਹ ਵੀ ਅਸੀਂ ਪ੍ਰਾਪਤ ਕਰਨਾ ਹੈ। ਜਿਹੜੇ ਪਰਿਵਾਰ ਵਿੱਚੋਂ ਇੱਕ ਇੱਕ ਮੈਂਬਰ ਜਿਹੜਾ ਹੈ ਉਹ ਆ ਕੇ ਧਾਰਮਿਕ ਸਾਹਿਤ ਜਿਹੜਾ ਪ੍ਰਾਪਤ ਕਰੇ। ਕਿਉਂਕਿ ਮੇਰੇ ਤੋਂ ਪਿੱਛੋਂ
ਸਰਦਾਰ ਚਰਨਜੀਤ ਸਿੰਘ ਕਾਲੇਵਾਲ 5-7 ਮਿੰਟ ਲਈ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਉਣਗੇ। ਉਸ ਤੋਂ ਬਾਅਦ ਸੁੱਖ ਆਸਣ ਹੋਏਗਾ, ਅਰਦਾਸ ਹੋਏਗੀ, ਫਿਰ ਸਮਾਪਤੀ ਹੈ, ਦੇਗ ਵਰਤੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਦੀ ਮਾਫੀ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।